दो चार दिन अगे ਆਪਾਂ ਜਲੰਧਰ ਦੀ ਬਾਈ ਇਲੈਕਸ਼ਨ ਦੇ ਵਾਸਤੇ ਤੇ ਪੰਜਾਬ ਦੇ ਫਿਊਚਰ ਦੀਆਂ ਗੱਲਾਂ ਕਰਨੀਆਂ ਨੇ ਤੇ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਸੀਰੀਅਸ ਕੰਟੈਂਡਰ ਹੈ ਹੀ ਨਹੀਂ ਤੇ ਇਹਨਾਂ ਨੂੰ ਐਡਾ ਜ਼ਿਆਦਾ ਟਾਈਮ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਜੋ ਕਲੀਅਰ ਸਾਹਿਬ ਨੇ ਕਿਹਾ ਉਹਦੇ ਉੱਤੇ ਮੈਂ ਸਮਰਥਨ ਦਿੰਦਾ, ਜੋ ਢੀਂਗਰਾ ਸਾਹਿਬ ਨੇ ਕਿਹਾ ਉਹਦੇ ਉੱਤੇ ਸਮਰਥਨ ਦਿੰਦਾ, ਬਿਲਕੁਲ ਸਹੀ ਕਿਹਾ। ਇਹੋ ਗੱਲਾਂ ਨੇ। ਤੇ ਇਹਦੇ ਬਾਅਦ ਅਗਰ ਮੈਂ ਗਵਰਨਮੈਂਟ ਦੀ ਗੱਲ ਕਰਾਂ, ਗਵਰਨਮੈਂਟ ਦੇ ਤਰੀਕੇ ਨਾਲ ਗੱਲ ਕਰਾਂ ਤੇ ਕਰਪਸ਼ਨ ਦੇ ਉੱਤੇ ਮੈਂ ਥੋੜਾ ਜਿਹਾ ਹੋਰ ਕਹਿਣਾ ਚਾਹਨਾ। ਇੱਕ ਤੇ ਇਹਨਾਂ ਨੇ ਗੱਲ ਕਰ ਦਿੱਤੀ ਹੈ ਜਿਹਦੇ ਬਾਰੇ ਕੋਈ ਕੁਝ ਹੋਇਆ ਨਹੀਂ, ਉਹ ਜਿਹੜਾ ਹੁਣ ਸੋਡੋਮੀ ਦਾ ਕੇਸ ਚੱਲ ਰਿਹਾ ਲਾਲ ਚੰਦ ਕਟਾਰੂ ਚੱਕ ਦਾ, ਉਹਦੇ ਬਾਰੇ ਤੇ ਸਾਰਾ ਕੁਝ ਹੀ ਭੁੱਲ ਗਏ। ਉਦੋਂ ਪਹਿਲੇ ਯਾਦ ਕਰੋ ਫੌਜਾ ਸਿੰਘ ਸਰਾਰੀ ਐਕਸਟੋਰਸ਼ਨ 2023, ਗੋਲਡੀ ਕੰਬੋਜ ਦਾ ਫਾਦਰ ਸੁਰਿੰਦਰ ਐਕਸਟੋਰਸ਼ਨ ਅਪ੍ਰੈਲ 2022, ਵਿਜੇ ਸਿੰਗਲਾ जुलाई 2022। ਇਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ ਕੇਜਰੀਵਾਲ ਸਾਹਿਬ ਕਿ ਇਹਨਾਂ ਦੇ ਬਾਰੇ ਕੀ ਹੋਇਆ, ਇੱਕ ਕਦੋਂ ਜਾਣਗੇ ਜੇਲ੍ਹ ਤੇ ਕਦੋਂ ਇਹ ਕਰਪਸ਼ਨ ਖਤਮ ਹੋਏਗੀ। ਦੇਖੋ ਇੱਕ ਗੱਲ ਹੁੰਦੀ ਹੈ ਕਰਪਸ਼ਨ, ਹੁਣ ਸਾਡੇ ਪੰਜਾਬ ਦੇ ਵਿੱਚ ਓਵਰ ਐਂਡ ਅਬਵ ਕਰਪਸ਼ਨ, ਬਿਯੋਂਡ ਕਰਪਸ਼ਨ ਦੀ ਗੱਲ ਹੋ ਰਹੀ ਹੈ ਕਿ ਕਰਪਸ਼ਨ ਤੇ ਚੱਲਦੀ ਹੈ, ਉਹਦੇ ਨਾਲ ਐਕਸਟੋਰਸ਼ਨ ਵੀ ਚੱਲਦੀ ਹੈ, ਕ੍ਰਿਮੀਨਲ ਐਕਟੀਵਿਟੀ ਵੀ ਚੱਲਦੀ ਹੈ, ਹਿਊਮਨ ਕੀ ਕਹਿੰਦੇ ਨੇ ਟ੍ਰੈਫਿਕਿੰਗ ਵੀ ਚੱਲਦੀ ਹੈ, ਸੋਡੋਮੀ ਵੀ ਚੱਲਦੀ ਹੈ। ਤੇ ਮਤਲਬ ਇਹ ਇਹਨਾਂ ਨੂੰ ਕੋਈ ਕੀ ਜਵਾਬ ਦੇ ਇੱਥੇ ਆ ਕੇ। ਤੇ ਉਹ ਇੱਕ ਕੇਜਰੀਵਾਲ ਸਾਹਿਬ ਚਲੋ ਬੜੇ ਵੱਡੇ ਆਦਮੀ ਨੇ, ਪਰ ਸਾਡੇ ਹਿਸਾਬ ਦੇ ਨਾਲ ਤੇ ਹੀ ਇਜ਼ ਜਸਟ ਚੀਫ ਮਿਨਿਸਟਰ ਇਕੁਅਲ ਟੂ ਅ ਮਿਊਨਿਸਿਪਲ ਕਾਉਂਸਲਰ। ਤੇ ਸਾਡੇ ਇੱਕ ਪੂਰੇ ਦੇਸ਼ ਦੇ ਪੂਰੇ ਇੱਕ ਸੂਬੇ ਦੇ ਚੀਫ ਮਿਨਿਸਟਰ ਨੂੰ ਥਾਪੀਆਂ ਮਾਰਦੇ ਨੇ। ਕਿਉਂ ਬਈ? ਇਹਨਾਂ ਨੂੰ ਤੇ ਹਜੇ ਹਾਇਰਾਰਕੀ ਵੀ ਨਹੀਂ ਪਤਾ ਕਿ ਇੱਕ ਪਾਰਟੀ ਦੇ ਵਿੱਚ ਹਾਇਰਾਰਕੀ ਕੀ ਹੋਣੀ ਚਾਹੀਦੀ ਹੈ ਤੇ ਕੀ ਗੱਲਾਂ ਕਰਨਗੇ। ਅਗਰ ਉਹਨਾਂ ਨੇ ਕਨਵੀਨਰ ਬਣਨਾ ਹੈ ਤੇ ਚੀਫ ਮਿਨਿਸਟਰ ਬਣਨਾ ਛੱਡ ਦੇਣ, ਫਿਰ ਆ ਕੇ ਥਾਪੀਆਂ ਮਾਰਨ, ਇਹ ਤਾਂ ਸਾਡੇ ਵਾਸਤੇ ਬੜੀ ਬੇਇੱਜ਼ਤੀ ਦੀ ਗੱਲ ਹੈ ਕਿ ਇੱਕ ਹਾਫ ਸਟੇਟ ਦਾ ਸੀਐਮ ਆ ਕੇ ਤੇ ਸਾਡੀ ਇੱਕ ਐਡੀ ਵੱਡੀ ਐਡੀ ਇੰਪੋਰਟੈਂਟ ਬਾਰਡਰ ਸਟੇਟ ਵਾਲੇ ਸੀਐਮ ਨੂੰ ਥਾਪੀਆਂ ਮਾਰਦਾ ਫਿਰ ਰਿਹਾ, ਕਹਿ ਰਿਹਾ ਕਿ ਇਹਨੇ ਬਹੁਤ ਚੰਗਾ ਕੰਮ ਕੀਤਾ। ਸਰਟੀਫਿਕੇਟ ਲੈਣਾ ਭਗਵੰਤ ਮਾਨ ਜੀ ਨੇ ਉਹਨਾਂ ਦੇ ਕੋਲੋਂ, ਤੇ ਭਗਵੰਤ ਮਾਨ ਜੀ ਨੂੰ ਵੀ ਇਹ ਨਹੀਂ ਮੰਨਣਾ ਚਾਹੀਦਾ। ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਤਾਰੀਫ ਕਰਨ ਦਾ ਕੋਈ ਹੱਕ ਨਹੀਂ ਬਣਦਾ? ਨਹੀਂ ਨਹੀਂ, ਕਿੱਦਾਂ ਬਣਦਾ? ਉਹ ਜਾਂ ਤੇ ਕਨਵੀਨਰ ਬਣ ਜਾਣ ਉੱਥੋਂ ਦੀ, ਕਨਵੀਨਰ ਤਾਂ ਹੈਗੇ ਨਾ ਸਰ, ਹੈਡ ਕੈਨ ਕਨਵੀਨਰ ਤਾਂ ਹੈਗੇ ਨੇ ਆਮ ਆਦਮੀ ਪਾਰਟੀ ਸਮਾਲਰ ਸਟੇਟ, ਐਜ਼ ਅ ਚੀਫ ਮਿਨਿਸਟਰ ਆਫ ਅ ਸਮਾਲਰ ਸਟੇਟ। ਉਹ ਸਾਡੇ ਚੀਫ ਮਿਨਿਸਟਰ ਦੀ ਬੇਇੱਜ਼ਤੀ ਕਿਉਂ ਕਰਦੇ ਨੇ? ਹੁਣ ਮੈਨੂੰ ਜ਼ਰਾ ਜਲੰਧਰ ਦੇ ਉੱਤੇ ਵੀ ਆ ਲੈਂਦੇ ਹੋ। ਜਲੰਧਰ ਜਿਹੜੇ ਜ਼ਿਆਦਾ ਇੰਪੋਰਟੈਂਟ ਹੈ, ਜਲੰਧਰ ਦੇ ਵਿੱਚ ਇਹਨਾਂ ਨੇ ਕਿਹਾ ਸੀ ਇਹ ਯੂਨੀਵਰਸਿਟੀ ਬਣਾਉਣਗੇ। ਕਿੱਥੇ ਗਈ ਸਪੋਰਟਸ ਯੂਨੀਵਰਸਿਟੀ? ਇਹ ਜਿਹੜੀ ਪੀਜੀਆਈ ਦੀ ਗੱਲ ਕਰ ਰਹੇ ਨੇ, ਪੀਜੀਆਈ ਕੀ ਇਹਨਾਂ ਕੋਲੋਂ ਤੇ ਹਸਪੀਟਲ ਵੀ ਨਹੀਂ ਉੱਥੇ ਬਣਨਾ। ਇਹਨਾਂ ਦਾ ਸਿਸਟਮ ਸਿਰਫ ਮੁਹੱਲਾ ਕਲੀਨਿਕ ਬਣਾਉਣ ਤੱਕ ਹੀ ਆ, ਹਸਪੀਟਲ ਕਿੱਥੋਂ ਦੀ ਬਣਾ ਦੇਣਗੇ। ਤੇ ਉੱਥੇ ਜਿਹੜੇ ਪਲਾਇਨ ਹੋ ਰਿਹਾ ਐਡਾ ਜ਼ਿਆਦਾ ਇੰਡਸਟਰੀ ਦਾ, ਐਮਐਸਐਮਈ, ਸਪੋਰਟਸ, ਲੈਦਰ, ਹੈਂਡ ਟੂਲਸ, ਉਹਦੇ ਬਾਰੇ ਇਹਨਾਂ ਨੇ ਕੀ ਕਹਿਣਾ ਹੈ? ਇਸ ਵੇਲੇ ਜਿਹੜਾ ਟਾਈਮ ਹੈ ਨਾ ਗੌਰਵ ਜੀ, ਇਹ ਟਾਈਮ ਹੈ ਮੰਡੀਆਂ ਦੇ ਵਿੱਚ ਸਾਰੀ ਸਾਡੀ ਵੀਟ ਉੱਥੇ ਪਿਆ ਹੋਇਆ, ਉਹਦੇ ਬਾਰੇ ਕਿਸੇ ਨੂੰ ਕੋਈ ਪਰਵਾਹ ਨਹੀਂ ਕਿ ਉਹ ਵੀਟ ਕਿਹੜੇ ਤਰੀਕੇ ਦੇ ਨਾਲ ਚੁੱਕਣਾ ਹੈ। ਇਹਨਾਂ ਦੇ 92 ਐਮਐਲਏ ਆਪਣੇ ਆਪਣੇ ਹਲਕੇ 'ਚ ਜਾ ਕੇ ਵੀਟ ਨੂੰ ਚੁਕਾਉਣੇ ਚਾਹੀਦੇ ਨੇ। ਰੋਜ਼ ਇਹ ਗੱਲ ਆ ਰਹੀ ਹੈ ਕਿ ਵੀਟ ਦੀ ਜਿਹੜੀ ਲਿਫਟਿੰਗ ਹੈ ਉਹ ਬਿਹਾਈਂਡ ਸ਼ਡਿਊਲ ਚੱਲ ਰਹੀ ਹੈ। ਉੱਤੋਂ ਦੀ ਪਾਣੀ ਆ ਗਿਆ, ਪਾਣੀ ਦੇ ਨਾਲ ਵੀਟ ਖਰਾਬ ਹੋ ਗਿਆ। ਇਹਨਾਂ ਨੂੰ ਉਸ ਚੀਜ਼ ਦੀ ਕੋਈ ਪਰਵਾਹ ਨਹੀਂ ਹੈ। ਸੋ ਛੱਡੋ ਇਹਨਾਂ ਦੇ ਬਾਰੇ। ਮੈਂ ਤੇ ਕਹਿੰਦਾ ਕਿ ਜਲੰਧਰ ਦੇ ਲੋਕਾਂ ਨੂੰ ਬੜਾ ਸੋਚ ਸਮਝ ਕੇ ਹੁਣ ਆਪਣੀ ਵੋਟ ਪਾਣੀ ਚਾਹੀਦੀ ਹੈ ਕਿ ਕੌਣ ਉਹਨਾਂ ਦੇ ਵਾਸਤੇ ਕੰਮ ਕਰ ਸਕਦਾ ਹੈ। ਕਾਂਗਰਸ ਪਾਰਟੀ ਜਦੋਂ ਕਰ ਸਕਦੀ ਸੀ ਉਦੋਂ ਤੇ ਕੀਤਾ ਨਹੀਂ। ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਸੰਤੋਖ ਸਿੰਘ ਚੌਧਰੀ ਜੀ ਦੇ ਵਾਸਤੇ, ਹੀ ਇਜ਼ ਡਿਮਾਈਸ। ਬਹੁਤ ਅਫਸੋਸ ਦੀ ਗੱਲ ਹੈ ਕਿ ਉਹਨਾਂ ਦੀ ਡੈਥ ਹੋ ਗਈ। ਮੈਂ ਕਾਂਗਰਸ ਪਾਰਟੀ ਦਾ ਕਹਾਂ ਜਦੋਂ ਕਰ ਸਕਦੀ ਸੀ ਉਦੋਂ ਤੇ ਕੀਤਾ ਨਹੀਂ। ਉਦੋਂ ਕੀ ਕੀਤਾ? ਉਦੋਂ ਮੈਟ੍ਰਿਕ ਦਾ ਸਕਾਲਰਸ਼ਿਪ ਦਾ ਸਕੈਮ ਕਰ ਦਿੱਤਾ। ਹੁਣ ਉੱਥੇ ਕੁਝ ਕਰ ਨਹੀਂ ਸਕਦੀ ਹੈ ਤੇ ਕਾਹਦੇ ਵਾਸਤੇ ਉੱਥੇ? ਨਾ ਇਹਨਾਂ ਦੇ ਕੋਲ ਸੈਂਟਰ ਦੇ ਵਿੱਚ ਗਵਰਨਮੈਂਟ, ਨਾ ਇਹਨਾਂ ਦੇ ਕੋਲ ਸਟੇਟ ਦੇ ਵਿੱਚ ਗਵਰਨਮੈਂਟ। ਤੇ ਉਹ ਲੇਡੀ ਨੂੰ ਉਹਨਾਂ ਦੇ ਹਸਬੈਂਡ ਦੀ ਡਿਵਾਈਸ ਹੋਈ ਆ, ਉਹਨਾਂ ਨੂੰ ਚੱਕ ਕੇ ਸਿੰਪਥੀ ਵੋਟ ਲੈਣ ਵਾਸਤੇ ਉੱਥੇ ਜਾ ਕੇ ਖੜੇ ਹੋ ਗਏ ਨੇ। ਤੇ ਇਹ ਮਤਲਬ ਆਈ ਡੋਂਟ ਥਿੰਕ ਇਟ ਇਜ਼ ਅ ਵੈਰੀ ਰਾਈਟ ਥਿੰਗ ਟੂ ਡੂ। ਮਤਲਬ ਤੁਹਾਨੂੰ ਲੱਗਦਾ ਕਿ ਐਂਟੀ ਇਨਕੰਬੈਂਸੀ ਕਾਂਗਰਸ ਦੇ ਲਈ ਵੀ ਹੋਏਗੀ ਜਲੰਧਰ? ਮੈਂ ਕਹਿੰਦਾ ਕਿ ਜਲੰਧਰ ਦੇ ਵਿੱਚ ਉਸ ਬੰਦੇ ਨੂੰ ਵੋਟ ਦਿਓ ਜਿਹੜਾ ਕੁਝ ਕਰ ਸਕਦਾ ਹੈ, ਜਿਹੜਾ ਜਲੰਧਰ ਦੇ ਵਾਸਤੇ ਸਮਾਰਟ ਸਿਟੀ ਬਣਾ ਸਕਦਾ ਹੈ, ਜਿਹੜਾ ਜਲੰਧਰ ਦੇ ਵਾਸਤੇ ਸੈਂਟਰਲ ਸਕੀਮਸ ਲੈ ਕੇ ਆ ਸਕਦਾ ਹੈ, ਜਿਹੜਾ ਜਲੰਧਰ ਦੀ ਡਿਵੈਲਪਮੈਂਟ ਦੇ ਵਾਸਤੇ ਫੰਡਸ ਉੱਥੇ ਦੇ ਸਕਦਾ ਹੈ। ਉਹਨਾਂ ਦੇ ਵੱਲ ਵੋਟਰਸ ਨੂੰ ਦੇਖਣਾ ਚਾਹੀਦਾ ਤੇ ਉਹ ਸਿਰਫ ਬੀਜੇਪੀ ਹੈ। ਠੀਕ ਹੈ ਪਾਸੀ ਸਾਹਿਬ, ਮੈਂ ਸ਼ੁਰੂਆਤ ਉਸੇ ਪੁਆਇੰਟ ਤੋਂ ਕਰਦਾ ਹਾਂ ਜਿਹੜੇ ਵੱਖ-ਵੱਖ ਤੁਸੀਂ ਆਪਣੇ ਵਿਰੋਧੀਆਂ ਨੂੰ ਸੁਣਿਆ ਤਾਂ ਉਹ ਕਹਿੰਦੇ ਨੇ, ਉਹਨਾਂ ਨੇ ਇੱਕ ਲਿਸਟ ਗਿਣਵਾ ਦਿੱਤੀ ਕਿ ਕੁਝ ਮਰਡਰਸ ਹੋਏ ਨੇ ਪੰਜਾਬ ਦੇ ਵਿੱਚ, ਵੱਖ-ਵੱਖ ਚੀਜ਼ਾਂ ਹੋਈਆਂ ਨੇ, ਤੁਸੀਂ ਉਹਨਾਂ ਦਾ ਜ਼ਿਕਰ ਨਹੀਂ ਕਰਦੇ। ਤੁਸੀਂ ਮੁਹੱਲਾ ਕਲੀਨਿਕ ਦਾ ਜ਼ਿਕਰ ਕਰ ਰਹੇ ਹੋ, ਉਸ ਦੇ ਉੱਪਰ ਵੀ ਕੁਐਸਚਨ ਮਾਰਕ ਲਿਆ ਕੇ ਖੜਾ ਕਰ ਦਿੱਤਾ। ਦੇਖੋ ਮੈਂ ਨਾ ਆਪਣੇ ਜਿਹੜਾ ਇਹਨਾਂ ਨੂੰ ਮੈਂ ਚਾਹੂੰਗਾ ਕਿ ਹੁਣ ਇੰਟਰਪਟ ਨਾ ਕਰਨ, ਕਿਉਂਕਿ ਜਦੋਂ ਮੈਂ ਇਹਨਾਂ ਦੇ ਚੱਜ ਖੋਲਣੇ ਆ ਨਾ ਤਾਂ ਇਹਨਾਂ ਨੇ ਇੰਟਰਪਸ਼ਨ ਸ਼ੁਰੂ ਕਰ ਦੇਣੀ ਹੈ। ਇਹਨਾਂ ਦੀ ਬੜੀ ਪੁਰਾਣੀ ਆਦਤ ਹੈ। ਸੋ ਮੈਂ ਆਸ ਰੱਖੂੰਗਾ ਛੋਟਾ ਜਵਾਬ ਰੱਖਿਓ ਤਾਂ ਕਿ ਆਪਾਂ ਸਾਰਿਆਂ ਤੋਂ ਨਾਲ ਤੁਹਾਡਾ ਰਿਐਕਸ਼ਨ ਲੈ ਸਕਾਂਗੇ। ਛੋਟਾ ਜਵਾਬ ਰੱਖਿਓ ਜੀ। ਛੋਟਾ ਨਹੀਂ, ਪਹਿਲੂ ਮੈਨੂੰ ਇਹਨਾਂ ਦੀ ਇੱਕ ਗੱਲ ਦਾ ਜਵਾਬ ਦੇ ਲੈਣ ਦਿਓ। ਮੇਰੀ ਰਿਕੁਐਸਟ
ਕਿ ਮੈਨੂੰ ਇਹ ਕਿਉਂਕਿ ਸਾਰਾ ਪੰਜਾਬ ਦੇਖ ਰਿਹਾ ਤੇ ਇਹ ਦੇਖੋਗੇ ਕਿ ਤੁਸੀਂ ਇਹਨਾਂ ਦੀ ਇੰਟਰਪਸ਼ਨ ਸ਼ੁਰੂ ਹੋਣੀ ਹੈ, ਕਿਉਂਕਿ ਜਦੋਂ ਮੈਂ ਇਹਨਾਂ ਦੀ ਹੁਣ ਨਹੀਂ ਸ਼ੁਰੂ ਤੁਸੀਂ ਕਰੋ ਨਾ, ਕੰਪਲੀਟ ਕਰੋ ਸਰ, ਤੁਸੀਂ ਆਪਣੀ ਗੱਲ ਰੱਖੋ, ਟਾਈਮ ਨਾ ਖਰਾਬ ਹੋਵੇ। ਕਾਂਗਰਸ ਔਰ ਅਕਾਲੀ ਦਲ ਔਰ ਉਸ ਤੋਂ ਇਲਾਵਾ ਬੀਜੇਪੀ ਔਰ ਅਕਾਲੀ ਦਲ ਪਲੱਸ ਜਿਹੜਾ ਉਸ ਤੋਂ ਬਾਅਦ ਕਾਂਗਰਸ ਆ ਗਈ, ਇਹਨਾਂ ਦੀ ਮੈਂ ਇੱਕੋ ਚੀਜ਼ 'ਚ ਜਵਾਬ ਦਊਂਗਾ ਕਿ ਲੰਬੀ ਫੇਂਕ ਕੇ ਵਿਰੋਧੀ ਸ਼ੋਰ ਮਚਾ ਰਹੇ ਨੇ, ਪੰਜਾਬ ਨੂੰ ਬਰਬਾਦ ਕਰਨ ਵਾਲੇ ਮਗਰਮੱਛ ਦੇ ਹੰਝੂ ਬਹਾ ਰਹੇ ਨੇ। ਇਹ ਮੈਂ ਤੁਹਾਨੂੰ ਦੱਸਣਾ ਚਾਹਨਾ। ਪਹਿਲੀ ਚੀਜ਼ ਇਹ ਕਹਿੰਦੇ ਆ ਜੀ ਮਰਡਰਸ ਹੋਏ, ਅਕਾਲੀ ਦਲ ਦੀ ਸਰਕਾਰ ਨੂੰ ਮੈਂ ਯਾਦ ਕਰਾ ਦਿੰਦਾ, ਤੁਹਾਡੇ ਟਾਈਮ 'ਚ ਟਾਰਗੇਟ ਕਿਲਿੰਗਸ ਹੋਈਆਂ, 2016 'ਚ 700 ਤੋਂ ਉੱਪਰ ਮਰਡਰ ਹੋਏ, ਕਾਂਗਰਸ ਦੇ ਸਮੇਂ 2021 'ਚ 857 ਮਰਡਰ ਹੋਏ। ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ। ਦੂਜੀ ਚੀਜ਼, ਇਹ ਜਿਹੜੀਆਂ ਗੱਲਾਂ ਕਰ ਰਹੇ ਆ ਕਿ ਆਮ ਆਦਮੀ ਪਾਰਟੀ ਨੇ ਇਹ ਨਹੀਂ ਕੀਤਾ, ਉਹ ਨਹੀਂ ਕੀਤਾ, ਜਿਹੜੀ ਵੀਡੀਓ ਅੱਜ ਤੱਕ ਤੁਸੀਂ ਨਹੀਂ ਦੇਖੀ, ਮੈਂ ਨਹੀਂ ਦੇਖੀ, ਆ ਜਿਹੜੇ ਰੋਲਾ ਪਾ ਰਹੇ ਆ ਇਹਨਾਂ ਨੇ ਨਹੀਂ ਦੇਖੀ, ਉਹਦੇ ਉੱਤੇ ਕਿੰਤੂ ਪਰੰਤੂ ਕਰਨ ਦਾ ਨਾ ਇਹਨਾਂ ਨੂੰ ਹੱਕ ਹੈ ਨਾ ਮੈਨੂੰ ਹੱਕ ਹੈ। ਤੀਸਰੀ ਚੀਜ਼, ਅੱਜ ਮੈਂ ਤੁਹਾਡੇ ਚੈਨਲ ਤੋਂ ਸਾਰਾ ਪੰਜਾਬ ਸੁਣ ਰਿਹਾ ਹੈ, ਇਹ 10 ਤਰੀਕ ਤੱਕ ਇਹਨਾਂ ਨੇ ਝੂਠਾ ਸ਼ੋਰ ਮਚਾਣਾ ਹੈ, 10 ਤਰੀਕ ਤੋਂ ਬਾਅਦ ਕਿਸੇ ਦਾ ਜ਼ਿਕਰ ਨਹੀਂ ਹੋਣਾ, ਕਾਰਨ ਕਿ ਇਹ ਹਮੇਸ਼ਾ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਂਦੇ ਆਏ ਆ, ਅੱਜ ਵੀ ਇਹੀ ਰਾਜਨੀਤੀ ਖੇਲ ਰਹੇ ਆ। ਚੌਥੀ ਚੀਜ਼, ਇਹ ਮੁਹੱਲਾ ਕਲੀਨਿਕਾਂ ਦੀ ਗੱਲ ਕਰ ਰਹੇ, ਇਹਨਾਂ ਨੂੰ ਇਹੀ ਨਹੀਂ ਪਤਾ ਕਿ ਮੁਹੱਲਾ ਕਲੀਨਿਕਾਂ ਦਾ ਕਨਸੈਪਟ ਕੀ ਹੈ। ਇਹ 25 ਲੱਖ ਦਾ ਅੰਕੜਾ, ਇਹ ਸਰਕਾਰੀ ਅੰਕੜਾ ਹੈ, ਇਹ ਇਸ ਤੋਂ ਵੀ ਕੀ ਕਹਿਣਗੇ, ਨਹੀਂ ਜੀ। ਜਿਹੜਾ ਬੀਜੇਪੀ ਵਾਲੇ ਮੇਰੇ ਭਰਾ ਬੋਲ ਕੇ ਗਏ, ਮੈਂ ਸਭ ਤੋਂ ਪਹਿਲਾਂ ਇੱਥੋਂ ਸਟਾਰਟ ਕਰਦਾ। ਕਿਸਾਨਾਂ ਦੀ ਵਿਰੋਧੀ ਪਾਰਟੀ ਹੈ ਬੀਜੇਪੀ, 700 ਤੋਂ ਉੱਤੇ ਕਿਸਾਨ, ਇਹਨਾਂ ਦੀ ਗਲਤ ਨੀਤੀਆਂ ਕਾਰਨ ਉਹਨਾਂ ਦੀ ਡੈਥ ਹੋਈ, ਤੇ ਹੁਣ ਵੀ ਕੀ ਕੀਤਾ, ਸਾਡੇ ਤੇ ਕੁਦਰਤ ਦੀ ਮਾਰ ਪਈ। ਅਸੀਂ ਪੰਜਾਬ ਸਰਕਾਰ ਨੇ ਕਿਹਾ ਸੀ ਮੁਆਵਜ਼ਾ ਦੇ ਰਹੇ ਹਾਂ, 15 ਦਿਨਾਂ ਦੇ ਵਿੱਚ ਇਹਨਾਂ ਨੇ ਕਟੌਤੀ ਕੀਤੀ, ਉਹ ਵੀ ਅਸੀਂ ਦੇ ਰਹੇ ਹਾਂ। ਉਹ ਕਹਿੰਦੇ ਲਿਫਟਿੰਗ ਨਹੀਂ ਹੋ ਰਹੀ, ਉਹ ਕਹਿੰਦੇ ਲਿਫਟਿੰਗ ਨਹੀਂ ਹੋ ਰਹੀ, ਤੁਹਾਡੇ ਸਾਰੇ ਐਮਐਲਏ ਜਲੰਧਰ 'ਚ ਲੱਗੇ ਹੋਏ ਨੇ। ਸਰ ਬਿਲਕੁਲ ਗਲਤ, ਇਹ ਵੀ ਗੁੰਮਰਾਹਕੁਨ ਪ੍ਰਚਾਰ ਹੈ। 30 ਅਪ੍ਰੈਲ ਤੱਕ 100.76 ਲੱਖ ਮੀਟ੍ਰਿਕ ਟਨ ਕਣਕ ਆਈ ਸੀ, ਅੰਕੜਾ ਚੈੱਕ ਕਰ ਲਓ, ਜਿਸ ਵਿੱਚੋਂ 99.56 ਲੱਖ ਮੀਟ੍ਰਿਕ ਟਨ ਨਾਲ ਦੀ ਨਾਲ ਪ੍ਰਕਿਉਰ ਹੋ ਗਈ, ਜੋ ਕਿ 99% ਦੇ ਕਰੀਬ ਬਣਦਾ ਹੈ। ਔਰ ਇਹ ਸਿਰਫ ਇੱਕ ਗੁੰਮਰਾਹ ਕਰ ਰਹੇ ਹੈ, ਇਹ ਨਹੀਂ ਕੀਤਾ। ਕਾਰਨ ਇੱਕ ਚੀਜ਼ ਹੋਰ ਦੇਖੋ, ਇਹਨਾਂ ਦੀ ਟਿਊਨਿੰਗ ਦੇਖੋ, ਕਾਰਨ ਹੈ ਇਹਦਾ, ਕਾਰਨ ਇਹਨਾਂ ਨੂੰ ਪਤਾ ਹੈ ਕਿ ਜਿਹੜਾ ਇਹਨਾਂ ਨੇ ਜੱਦੀ ਪੁਸ਼ਤੀ ਰਾਜ ਚਲਾਇਆ ਹੋਇਆ ਸੀ ਨਾ ਪੰਜਾਬ 'ਚ, ਆਪਸ 'ਚ ਬਾਰੀਆਂ ਵੰਡ ਕੇ, ਕਿ ਇਸ ਵਾਰੀ ਤੁਸੀਂ ਲੁੱਟੋਗੇ, ਅਗਲੇ ਵਾਰੀ ਅਸੀਂ ਲੁੱਟੋਗੇ, ਉਹ ਇਹਨਾਂ ਨੂੰ ਟੈਨਸ਼ਨ ਹੋ ਗਈ ਕਿ ਆਮ ਆਦਮੀ ਪਾਰਟੀ ਕਿੱਥੋਂ ਆ ਗਈ। ਇਹਨਾਂ ਨੇ ਚਲੋ ਆਪਾਂ ਜਵਾਬ ਲੈ ਲਈਏ ਸਰ, ਆਪਾਂ ਨਾਲ ਰੱਖੀਏ, ਜਵਾਬ ਲੈ ਲਈ, ਆਪਾਂ ਜਵਾਬ ਲੈ। ਸਰ ਪਾਸੀ ਸਾਹਿਬ, ਕਲੇਰ ਜੀ ਕੁਝ ਕਹਿਣਾ ਚਾਹ ਰਹੇ ਨੇ, ਮੈਂ ਕਿੰਗਰਾ ਸਾਹਿਬ ਤੁਹਾਡੇ ਕੋਲ ਆ ਰਿਹਾ। ਕਲੇਰ ਮੈਂ ਨਾ ਗੌਰਵ ਜੀ ਪਹਿਲਾਂ ਤਾਂ ਬੇਨਤੀ ਕਰਦਾ ਕਿ ਜਿਹੜਾ ਕੰਪਲੇਨੈਂਟ ਵਿਚਾਰਾ ਸਵੇਰ ਦਾ ਚੈਨਲਾਂ ਤੇ, ਸ਼ਾਇਦ ਪਾਸੀ ਸਾਹਿਬ ਨੇ ਉਹਦੀ ਵੀਡੀਓ ਨਹੀਂ ਦੇਖੀ, ਉਹ ਤਾਂ ਆਪਣਾ ਹਾਲਾਤ ਬੋਲ ਕੇ ਦੱਸ ਰਿਹਾ, ਉਹ ਤਾਂ ਚੈਲੰਜ ਕਰ ਰਿਹਾ ਕਿ ਮੇਰੇ ਨਾਲ ਮੰਤਰੀ ਨੇ ਆਹ ਕੁਝ ਕੀਤਾ। ਪਾਸੀ ਸਾਹਿਬ ਨੂੰ ਉਹ ਵੀਡੀਓ ਭੇਜ ਦਿਓ, ਸ਼ਾਇਦ ਇਹਨਾਂ ਨੇ ਨਹੀਂ ਦੇਖੀ, ਕਚਹਿਰੀ 'ਚ ਬਿਜ਼ੀ ਹੋਣਗੇ ਸਵੇਰ ਦੇ। ਔਰ ਦੂਸਰੀ ਗੱਲ, ਕਦੇ ਪੰਜਾਬ 'ਚ ਪਹਿਲਾਂ 70 ਸਾਲਾਂ 'ਚ ਇਹ ਨਹੀਂ ਸੀ ਹੋਇਆ ਕਿ ਮੁੱਖ ਮੰਤਰੀ ਦੇ ਦਫ਼ਤਰ 'ਚੋਂ ਸਿਕਿਉਰਿਟੀ ਡਿਟੇਲਾਂ ਲੀਕ ਕਰਕੇ ਮੁੱਖ ਮੰਤਰੀ ਦਾ ਐਡਵਾਈਜ਼ਰ ਤੇ ਜਿਹੜੀ ਉਹ ਦਿੱਲੀੋਂ ਲਿਆ ਕੇ ਆਈ ਊਸ਼ੀ ਬਿਠਾਈ ਹੈ, ਉਹ ਲੀਕ ਕਰ ਦੇਣ। ਉਹਦੇ ਮਾਤਾ ਪਿਤਾ ਅੱਜ ਵੀ ਜਲੰਧਰ ਦੀਆਂ ਸੜਕਾਂ ਤੇ ਫਿਰ ਰਹੇ ਨੇ। ਦਿਓ ਇਨਸਾਫ, ਦਿਓ ਊਸ਼ੀ ਤੇ ਪਰਚਾ 302 ਦਾ, ਦਿਓ ਪਟਿਆਲੇ ਵਾਲੇ ਐਡਵਾਈਜ਼ਰ ਤੇ ਪਰਚਾ 302 ਦਾ। ਉੱਥੇ ਆ ਕੇ ਚੁੱਪ ਹੋ ਜਾਂਦੇ ਆ, ਕਿਉਂਕਿ ਪਤਾ ਹੈ ਪਾਸੀ ਸਾਹਿਬ, ਦਿੱਲੀ ਸਾਹਮਣੇ ਤਾਂ ਆਪਾਂ ਬੋਲ ਨਹੀਂ ਸਕਦੇ। ਮੈਨੂੰ ਤੁਸੀਂ ਸਿੱਧਾ ਜਵਾਬ ਦੇ ਦਿਓ, ਕੇਜਰੀਵਾਲ ਆ ਕੇ ਜਵਾਬ ਦੇ ਦੇ। ਪੰਜਾਬ ਦੀ ਰਾਜਨੀਤੀ ਤੁਸੀਂ 3 ਅਹਿਮ ਮੁੱਦਿਆਂ ਦੇ ਆਲੇ ਦੁਆਲੇ ਘੁਮਾਈ। ਪਹਿਲਾ ਤੁਸੀਂ ਕਿਹਾ ਪੰਜਾਬ ਦੇ ਵਿੱਚ ਨਸ਼ਾ, ਦੂਜਾ ਬੇਅਦਬੀਆਂ, ਤੀਜੀ ਕਰਪਸ਼ਨ। ਨਸ਼ੇ ਦੇ ਨਾਂ ਤੇ ਅੱਜ ਵੀ ਕਿੰਨੇ ਚੈਨਲ ਸਟਿੰਗ ਕਰਦੇ। ਮੈਂ ਪਹਿਲਾਂ ਵੀ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਘਰ ਘਰ ਪਹੁੰਚ ਗਿਆ। ਪੰਜਾਬ ਦੇ ਗਵਰਨਰ ਸਾਹਿਬ ਨੇ ਡੀਜੀਪੀ ਤੇ ਚੀਫ ਸੈਕਟਰੀ ਦੀ ਹਾਜ਼ਰੀ ਕਿਹਾ ਕਿ ਸਕੂਲਾਂ ਤੱਕ ਪਹੁੰਚ ਗਿਆ। ਦੂਜਾ ਬੇਅਦਬੀਆਂ, ਬੇਅਦਬੀਆਂ ਜਿਹੜੀਆਂ ਪਾਰਟੀਆਂ ਨੂੰ ਤੁਸੀਂ ਨਿੰਦਿਆ, ਤੁਹਾਡੇ ਮੁੱਖ ਮੰਤਰੀ ਨੇ ਖੜੇ ਹੋ ਕੇ ਚਲਾਨ ਪੇਸ਼ ਕੀਤਾ, ਨਾ ਤਾਂ ਉਹ ਪਾਰਟੀਆਂ ਦਾ ਨਾਂ ਹੈ, ਨਾ ਕਿਸੇ ਪੋਲੀਟੀਕਲ ਬੰਦੇ ਦਾ ਨਾਂ ਹੈ। ਉਲਟਾ ਤੁਹਾਡੀ ਸਰਕਾਰ ਦੇ ਵਿੱਚ ਹਰ ਰੋਜ਼ ਬੇਅਦਬੀ ਹੁੰਦੀ ਹੈ। ਗੁਰਦਾਸਪੁਰ, ਮਰਿੰਡੇ, ਕੀ ਤੁਸੀਂ ਬੇਅਦਬੀਆਂ ਦਾ ਰੂਟ ਕਾਜ਼ ਐਡਰੈਸ ਕਰਤਾ? ਤੀਜਾ ਸੀ ਕਰਪਸ਼ਨ। ਕਰਪਸ਼ਨ ਤਾਂ ਤੁਸੀਂ ਆਪ ਮੰਨੀ, ਵਿਜੇ ਸਿੰਗਲਾ ਦੀ ਆਡੀਓ ਮੁੱਖ ਮੰਤਰੀ ਨੇ ਜਿਹੜੀ ਦਿਖਾਈ ਨਹੀਂ, ਉਹ ਰਿਕਾਰਡ ਕੀਤੀ। ਸਰਾਰੀ ਸਾਹਿਬ ਦੀ ਗੱਦੀ ਤਾਂ ਹੀ ਗਈ ਨਾ ਕਿ ਉਹ ਕਰਪਸ਼ਨ ਕਰਦੇ ਸੀ। ਅਮਿਤ ਰਤਨ ਤਾਂ ਹੀ ਜੇਲ੍ਹ 'ਚ ਹੈ ਕਿ ਉਹ ਕਰਪਸ਼ਨ ਕਰਦਾ ਸੀ। ਜਲਾਲਾਬਾਦ ਵਾਲੇ ਐਮਐਲਏ ਦੇ ਪਿਤਾ ਜੀ, ਉਹ ਤਾਂ ਕੁੜੀਆਂ ਭੇਜ ਕੇ ਪੈਸਾ ਇਕੱਠਾ ਕਰ ਰਹੇ ਨੇ। ਇਹ ਕਿਹੜਾ ਬਦਲਾਅ ਹੈ? ਤੇ ਹੁਣ ਸਡੌਮੀ। ਸੋ ਤੁਸੀਂ ਜਵਾਬ ਲੈ ਲਓ ਕਲੇਰ ਸਾਹਿਬ, ਛੋਟਾ ਰੱਖੀਏ, ਬਾਕੀ ਸਾਰੇ ਮਹਿਮਾਨ ਬਾਕੀ ਹਵਾਈ ਨਾ ਕਰੋ। ਠੀਕ ਹੈ ਪਾਸੀ ਸਾਹਿਬ, ਛੋਟਾ ਜਵਾਬ ਰੱਖਿਓ। ਹਾਂ ਬਿਲਕੁਲ। ਪਹਿਲੀ ਚੀਜ਼ ਇਹਨਾਂ ਨੇ ਨਸ਼ੇ ਦੀ ਗੱਲ ਕੀਤੀ ਹੈ, ਤਾਂ ਨਸ਼ਾ ਅਕਾਲੀ ਦਲ ਬੀਜੇਪੀ ਦੀ ਦੇਣ ਹੈ। ਤੁਹਾਡੇ ਸਮੇਂ ਦੇ ਵਿੱਚ ਤੁਹਾਡੀਆਂ ਫੈਕਟਰੀਆਂ, ਤੁਹਾਡੇ ਲੀਡਰਾਂ ਦੀ ਗੱਲਾਂ ਆਉਂਦੀਆਂ ਰਹੀਆਂ। ਨਸ਼ਾ ਅਗਰ ਪੰਜਾਬ ਦੇ ਵਿੱਚ ਸਿੰਥੈਟਿਕ ਨਸ਼ਾ ਆਇਆ ਤਾਂ ਉਹਦੇ ਉੱਤੇ ਇੱਕ ਲੇਟੈਸਟ ਹੁਣੇ 4 ਦਿਨ ਪਹਿਲਾਂ ਰਿਪੋਰਟ ਆਈ ਹੈ। ਤੁਹਾਡੇ ਸਮੇਂ ਦੇ ਵਿੱਚ ਨਸ਼ਾ ਆਇਆ ਔਰ ਉਹਦੇ ਤੇ ਪੂਰੀ ਪਾਸੀ ਸਾਹਿਬ ਹੁਣ ਸੁਣੋ,
ਪਾਸੀ ਸਾਹਿਬ ਰਿਪੋਰਟ ਪੜੋ, ਵਕੀਲ ਹੋ, ਇੱਕ ਇੱਕ ਕਰਕੇ ਫਿਰ ਇੱਕ ਇੱਕ ਕਰ। ਉਹਦੇ ਚ ਕਿਸੇ ਦਾ ਨਾਂ ਨਹੀਂ ਮੇਰਾ ਵੀਰ, ਫੇਰ ਝੂਠ ਦੇਖੋ ਆਪਾਂ ਝੂਠ ਨਾ ਬੋਲੋ। ਰਿਪੋਰਟ ਤੁਸੀਂ ਪੜ੍ਹੀ ਹੈ ਜਾਂ ਨਹੀਂ ਪੜ੍ਹੀ, ਪਰ ਰਿਪੋਰਟ ਤਾਂ ਕਹਿੰਦੀ ਕਿਸੇ ਦਾ ਨਾਂ ਹੀ ਨਹੀਂ, ਤੁਸੀਂ ਤਾਂ ਕਿਸੇ ਦੀ ਕਾਰਵਾਈ ਨਹੀਂ ਕਰ ਸਕੇ, ਸੋ ਕਿਉਂ ਝੂਠ ਬੋਲਦੇ ਆਪਾਂ ਪੰਜਾਬ ਨੂੰ, ਕਿੰਨਾ ਕੁ ਝੂਠ ਬੋਲਦੇ। ਠੀਕ ਹੈ ਕਲੇਰ ਸਾਹਿਬ, ਇੱਕ ਵਾਰੀ ਕੰਪਲੀਟ ਹੋ ਲੈਣ ਦਿਓ, ਇੱਕ ਵਾਰੀ ਕੰਪਲੀਟ ਹੋ ਲੈਣ ਦਿਓ, ਸਾਰਿਆਂ ਕੋਲ ਜਾਣਾ ਆਪਾਂ। ਪਾਸੀ ਕੰਪਲੀਟ ਕਰੋ ਪਲੀਜ਼। ਤੁਸੀਂ ਗੱਲਾਂ ਕਰਦੇ ਹੋ, ਤੁਸੀਂ ਪੰਜਾਬ ਦਾ ਸਭ ਤੋਂ ਵੱਧ ਘਾਣ ਕੀਤਾ ਹੈ ਤਾਂ ਅਕਾਲੀ ਬੀਜੇਪੀ ਦੀ ਸਰਕਾਰ, ਔਰ ਫਿਰ ਉਸ ਤੋਂ ਬਾਅਦ ਕਾਂਗਰਸ ਨੇ। ਤੁਸੀਂ ਬੇਅਦਬੀਆਂ ਦੀ ਗੱਲ ਕਰਦੇ ਹੋ। ਤੀਸਰੀ ਚੀਜ਼ ਕਰਪਸ਼ਨ ਦੀ, ਤੁਸੀਂ ਤੁਹਾਡੇ ਜਰਮੇਜਾ ਸਿੰਘ, ਸਰਨਜੀਤ ਢਿੱਲੋਂ ਤੁਹਾਡੇ ਲੀਡਰ ਨੂੰ ਵੇਟ ਕਰੋ ਇੱਕ ਵਾਰੀ ਕਲੀਅਰ ਹੋ ਲੈਣ ਦਿਓ ਇੱਕ ਵਾਰੀ। ਹਾਂ ਤੁਸੀਂ ਅੱਜ ਦੱਸੋ, ਤੁਸੀਂ ਮੰਨੇ ਨਾ ਵਿਜੇ ਸਿੰਘਲਾ, ਪਾਸੀ ਸਾਹਿਬ ਥੋੜਾ ਜਿਹਾ ਅਮਿਤ ਰਤਨ ਕਲੀਅਰ ਜੀ, ਥੋੜਾ ਜਿਹਾ ਵੇਟ ਕਰੋ, ਐਵੇਂ ਸਾਰਿਆਂ ਦੀ ਗੱਲ ਨਹੀਂ ਹੋ ਪਾਏਗੀ। ਮੈਂ ਉਹੀ ਕਹਿ ਰਿਹਾ, ਇੱਕ ਤਾਂ ਜਲੰਧਰ ਤੇ ਫੋਕਸ ਰਹੀਏ, ਠੀਕ ਹੈ, ਜਲੰਧਰ ਤੇ ਫੋਕਸ ਕਰਨ ਨਾ ਜਵਾਬ ਦੇਣ। ਬੇਅਦਬੀ ਰੋਜ਼ ਹੋ ਰਹੀ ਹੈ, ਕੰਪਲੀਟ ਕਰ ਲੈਣ ਦਿਓ। ਮੈਂ ਉਹੀ ਕਹਿ ਰਿਹਾ ਕਿ ਸਾਰੇ ਆਪਸ ਦੇ ਵਿੱਚ ਮਿਲੇ ਹੁੰਦੇ ਨੇ ਜਵਾਬ ਤਾਂ। ਪਾਸੀ ਕੰਪਲੀਟ ਕਰੋ ਸਰ, 10 ਸੈਕਿੰਡਸ ਦੇ ਵਿੱਚ ਕੰਪਲੀਟ ਕਰੋ ਤੁਸੀਂ ਪਲੀਜ਼। ਜਦੋਂ ਮੈਂ ਇਹਨਾਂ ਦੇ ਚੱਜ ਖੋਲਣੇ ਆ, ਮੈਨੂੰ ਪਤਾ ਸੀ ਇਹਨਾਂ ਕੋਲੇ ਇੰਟਰਪਸ਼ਨ ਇੱਕ ਡਰਾਮਾ ਰਹਿ ਜਾਂਦਾ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਇਹ ਨਹੀਂ ਦੇਖਦੀ ਬ੍ਰੈਕਟ ਦੇ ਵਿੱਚ ਕਿਹੜੀ ਪਾਰਟੀ ਹੈ, ਚਾਹੇ ਕੋਈ ਬਗਾਨਾ ਚਾਹੇ ਆਪਣਾ ਐਕਸ਼ਨ ਹੁੰਦਾ। ਹੁਣ ਵੀ ਗਵਰਨਰ ਸਾਹਿਬ ਨੇ ਭੇਜੀ ਹੋਈ ਹੈ CD, ਅਗਰ ਕੋਈ ਇਲੀਗੈਲਿਟੀ ਹੋਏਗੀ, ਮੈਂ ਕਹਿੰਦਾ ਇਸ ਤੋਂ ਸਾਡੀ ਸਰਕਾਰ ਪਿੱਛੇ ਨਹੀਂ ਹਟੇਗੀ ਕਿਸੇ ਵੀ ਮਸਲੇ 'ਚ। ਠੀਕ ਹੈ, ਚਲੋ ਥੋੜੀ ਵੇਟ ਕਰੋ। ਹੁਣ ਤੁਸੀਂ ਆਪਾਂ ਸਾਰਿਆਂ ਨੂੰ ਐਡ ਕਰਨਾ, ਸਾਰਿਆਂ ਦੇ ਜਵਾਬ ਤੁਹਾਨੂੰ ਦੇਣੇ ਪੈਣੇ ਨੇ। ਕਿੰਗਰਾ ਸਾਹਿਬ, ਕਿੰਗਰਾ ਜੀ, ਇੱਕ ਤਾਂ ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਤੁਸੀਂ ਸਿੰਪਥੀ ਦੇ ਜ਼ਰੀਏ ਵੀ ਜਿੱਤ ਹਾਸਲ ਕਰਨਾ ਚਾਹੁੰਦੇ ਹੋ ਜਲੰਧਰ ਦੇ ਵਿੱਚ। ਆਮ ਆਦਮੀ ਪਾਰਟੀ ਤਾਂ ਨਿਸ਼ਾਨੇ ਸਾਧ ਰਹੀ ਹੈ, ਬੀਜੇਪੀ ਵੀ ਸਾਧ ਰਹੀ ਹੈ ਕਿ ਜਦੋਂ ਤੁਹਾਡੇ ਕੋਲ ਸੱਤਾ ਸੀ ਪੰਜਾਬ ਦੇ ਵਿੱਚ ਉਦੋਂ ਤੁਸੀਂ ਕੁਝ ਕੀਤਾ ਨਹੀਂ, ਤੁਸੀਂ ਹੁਣ ਆਮ ਆਦਮੀ ਪਾਰਟੀ ਜਾਂ ਫਿਰ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈ ਰਹੇ ਹੋ। ਦੇਖੋ ਜੀ ਸ਼ੁਕਲਾ ਜੀ, ਮੈਂ ਆਪਦੇ ਜਿਹੜੇ ਮੇਰੇ ਵੀਰ ਨੇ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਐਂ ਕਰੋ, ਕਮਿਸ਼ਨ ਦੀ ਜਿਹੜੀ ਰਿਪੋਰਟ ਜਿਹੜੀ ਸਬਮਿਟ ਹੋਇਆ ਪੇਪਰ ਉਹਦੇ ਤੇ ਪੜ੍ਹ ਲਓ। ਸਾਡਾ ਜਿਹੜਾ ਕੈਂਡੀਡੇਟ ਹੈ ਉਹ ਸਭ ਤੋਂ ਵੱਧ ਪੜ੍ਹਿਆ ਲਿਖਿਆ ਕੈਂਡੀਡੇਟ ਹੈ, ਤੁਸੀਂ ਜਿਹਦੇ ਨਾਲ ਮਰਜ਼ੀ ਕੰਪੇਅਰ ਕਰ ਲਓ। ਦੂਜੀ ਗੱਲ, ਜਲੰਧਰ ਦੇ ਲੋਕ ਕਹਿੰਦੇ ਨੇ ਅਸੀਂ ਕਾਂਗਰਸ ਤੋਂ ਉਧਾਰੇ ਲਏ ਲੀਡਰ ਨੂੰ ਰਿੰਕੂ ਨੂੰ ਵੋਟ ਕਿਉਂ ਪਾਵਾਂਗੇ, ਅਸੀਂ ਕਾਂਗਰਸੀਆਂ ਨੂੰ ਵੋਟ ਪਾ ਦਿਆਂਗੇ। ਇਹ ਜਲੰਧਰ ਦੇ ਸਾਰੇ ਲੋਕ ਕਹਿੰਦੇ ਨੇ। ਜਿਸ ਪਾਰਟੀ ਕੋਲੇ ਆਪਦਾ ਲੀਡਰ ਹੀ ਹੈ ਨਹੀਂ ਸੀਗਾ, ਉਹ ਪਾਰਟੀ ਕੀ ਕਰੂਗੀ। ਤੀਜੀ ਗੱਲ, ਦੇਖੋ ਝੂਠਾਂ ਦੀ ਪੰਡ, ਇਹ ਸਾਡੇ ਮੁੱਖ ਮੰਤਰੀ ਜੀ ਨੇ, ਜਿਹੜਾ ਮੁੱਖ ਮੰਤਰੀ ਦਾ ਦਫ਼ਤਰ ਹੈ ਉਹਨੂੰ ਵੀ ਇੱਕ ਹਾਸੋਹੀਣੀ ਸਟਰਕਚਰ ਬਣਾਤਾ। ਜਿਹੜਾ ਲਟਕਿਆ ਸੀ ਸਮੇਂ ਤੋਂ ਉਹ ਮਸਲਾ ਕੱਲ ਹੱਲ ਹੋ ਗਿਆ। ਮੈਂ ਇੱਕ ਪਾਸੇ ਪਰਿਵਾਰ ਸੀ, ਇੱਕ ਪਾਸੇ ਪੰਜਾਬ ਸੀ, ਮੈਂ ਛੱਡ ਪਰਿਵਾਰ ਪੰਜਾਬ ਦੇ ਵੱਲ ਹੋ ਗਿਆ। ਯਾਰ ਤੂੰ ਕਵਿਤਾ ਲਿਖਣਾ ਹੈ ਇੱਥੇ, ਅੱਜ ਕਿਹੜੇ ਪੰਜਾਬ ਦੇ ਪਰਿਵਾਰ ਨੂੰ ਛੱਡ ਕੇ ਤੂੰ ਵੱਲ ਹੋਇਆ ਯਾਰ? ਤੂੰ ਦੁਬਾਰਾ ਵਿਆਹ ਕਰਾ ਲਿਆ। ਜਿਹੜਾ ਤੂੰ ਇੱਕ ਡਾਈਵੋਰਸ ਨੂੰ ਜਿਹੜਾ ਬੰਦਾ ਕੈਸ਼ ਕਰਨਾ ਚਾਹੁੰਦਾ ਹੈ ਯਾਰ, ਉਹਦੀ ਕ੍ਰੈਡੀਬਿਲਿਟੀ ਕਿੰਨੀ ਕੁ ਹੋ ਸਕਦੀ ਹੈ? ਡਾਈਵੋਰਸ ਜਿਹੜਾ ਉਹ ਸ਼ਰਮ ਵਾਲੀ ਗੱਲ ਹੈ। ਨਹੀਂ ਚਲੋ ਠੀਕ ਆ, ਆਪਾਂ ਥੋੜੇ ਨਿੱਜੀ ਨਾ ਹੋਈਏ, ਚਾਹੇ ਕੋਈ ਵੀ ਹੈ, ਚਾਹੇ ਸੀਐਮ ਨੇ ਜਾਂ ਕੋਈ ਹੋਰ ਆਪਾਂ। ਨਹੀਂ ਸ਼ੁਕਲਾ ਜੀ, ਕਿਸੇ ਮੇਰੀ ਕੋਈ ਲਾਈਫ ਨਿੱਜੀ ਨਹੀਂ ਹੈ। ਸਾਰਵਜਨਿਕ ਜ਼ਿੰਦਗੀ 'ਚ ਕੱਟਣ ਵਾਲੇ ਲੋਕਾਂ ਦੀ ਕਦੇ ਲਾਈਫ ਨਿੱਜੀ ਨਹੀਂ ਹੁੰਦੀਗੀ। ਉਹਨਾਂ ਦਾ ਖਾਣਾ ਪੀਣਾ, ਪਹਿਨਣਾ, ਤੁਰਨਾ, ਉੱਠਣਾ, ਬੈਠਣਾ, ਪਰਿਵਾਰ, ਉਹ ਸਾਰਾ ਸਾਰਵਜਨਿਕ ਹੁੰਦਾ ਹੈ, ਉਹ ਸਾਰਾ ਪਬਲਿਕ ਹੁੰਦਾ ਹੈ, ਕਿਉਂਕਿ ਅਸੀਂ ਪਬਲਿਕ ਲਾਈਫ ਲੀਡ ਕਰਦੇ ਹਾਂ। ਮੈਂ ਕੱਲ ਨੂੰ ਕਹਿੰਦਾ ਮੇਰੀ ਨਿੱਜੀ ਜ਼ਿੰਦਗੀ ਮੈਂ 4 ਵਿਆਹ ਕਰਾਏ ਹੈ, ਉਹ ਯਾਰੋ ਇਹ ਨਿੱਜੀ ਕਿਵੇਂ ਹੋ ਸਕਦੀ ਮੇਰੀ? ਛੱਡ ਕੇ ਮੁਰਗੀ ਖਾਨਾ ਖੋਲਣਾ? ਨਹੀਂ ਚਲੋ ਫਿਰ ਵੀ ਤੁਸੀਂ ਗਾਣਾ ਲਿਖਿਆ ਸੀਗਾ, ਨਹੀਂ ਤੁਸੀਂ ਗਾਣਾ ਲਿਖਿਆ ਸੀ, ਛੱਡ ਪਰਿਵਾਰ ਦੇ ਵੱਲ ਹੋ ਗਿਆ, ਲਟਕਿਆ ਸੀ ਮਸਲਾ ਜਿਹੜਾ ਸਦੀਆਂ ਤੋਂ, ਕੱਲ ਹੱਲ ਹੋ ਗਿਆ। ਤੇ ਫਿਰ ਦੁਬਾਰਾ ਹੱਲ ਕਿਹਨੇ ਕਰਨਾ ਮਸਲਾ? ਉਹ ਇੱਥੋਂ ਪਤਾ ਲੱਗਦਾ ਬੰਦੇ ਦੀ ਕ੍ਰੈਡੀਬਿਲਿਟੀ ਕੀ ਹੈ। ਆ ਥੋੜੇ ਦਿਨ ਪਹਿਲਾਂ ਪਰਚੇ 'ਚ ਫਰਕ ਹੁੰਦਾ ਹੈ, ਤਲਵਾਰ 'ਚ ਫਰਕ ਹੁੰਦਾ ਹੈ। ਉਹ ਯਾਰੋ ਗਾਣੇ ਸੁਣਾਉਣਾ ਹੈ ਸਾਨੂੰ, ਤੂੰ ਗਾਣੇ ਤੇਰੇ ਨਾਲ ਚੰਗੀ ਲਿਖਣ ਵਾਲੀ ਦੁਨੀਆ ਹੈਗੀ ਹੈ, ਬਹੁਤ ਲੋਕ ਹੈ। ਅਸੀਂ ਤਾਂ ਪੰਜਾਬ ਦੀ ਇਕਨੋਮੀ ਸੈੱਟ ਕਰਨਾ ਚਾਹੁੰਦੇ ਆ, ਅਸੀਂ ਚਾਹੁੰਦੇ ਆ ਪੰਜਾਬ ਦੀ ਇਕਨੋਮੀ ਨੂੰ ਠੀਕ ਕਰੇ, ਉਹ ਕਰ ਨਹੀਂ ਸਕਦਾ। ਪੈਸਾ ਹੈ ਨਹੀਂ ਪੱਲੇ, ਬਾਜ਼ਾਰ ਖੜੀ ਹੱਲੇ ਹੈ, ਨਾਚ ਨਾ ਜਾਣੇ ਆਂਗਣ ਟੇਢਾ। ਇਹ ਸਾਰੀਆਂ ਕਹਾਵਤਾਂ ਇਹੋ ਜਿਹੇ ਬੰਦੇ ਨੂੰ ਦੇਖਦੇ। ਠੀਕ ਹੈ, ਚਲੋ ਕਿੰਗਰਾ ਜਵਾਬ ਲਈਏ। ਦੇ ਵਿੱਚ ਮੈਂ ਅੱਜ ਆਪਣੇ ਪਿੰਡ ਬੈਠਾ, ਇੱਕ 10ਵੀਂ ਦੇ ਬੱਚੇ ਨੂੰ ਲੱਭ ਰਿਹਾ ਮਾਂ ਬਾਪ ਕਿ ਸਾਡਾ ਬੱਚਾ ਕਿੱਧਰ ਗਿਆ, ਨਸ਼ੇ ਕਰਦਾ ਸੀ। ਮੈਂ ਆਪਦੇ ਕੰਮਿਆਂ ਦੇ ਪਿੰਡ 'ਚ ਬੈਠਾਂਗਾ, ਮੈਂ ਤੈਨੂੰ ਫੋਟੋ ਭੇਜ ਸਕਦਾ। ਉਹ ਇਹੀ ਕਹਿੰਦੇ ਨੇ ਨਾ ਕਿ ਇੱਕ ਸਾਲ 'ਚ ਤਾਂ ਨਹੀਂ ਹੋ ਗਿਆ ਨਸ਼ਾ, ਉਹ ਤਾਂ ਇਹੀ ਕਹਿ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਪਾਸੇ ਜਵਾਬ ਦੇਣਗੇ। ਪਰ ਕਿੰਗਰਾ ਜੀ ਛੋਟੀ ਜਿਹੀ ਤੁਹਾਡੀ ਕਮੈਂਟ ਇੱਥੇ ਜ਼ਰੂਰੀ ਹੈ। 5 ਸਾਲ ਤਾਂ ਸੱਤਾ ਰਹੀ ਹੈ ਤੁਹਾਡੀ ਕਾਂਗਰਸ ਦੀ, ਉਹ ਇਹੀ ਕਹਿ ਰਹੇ ਨੇ ਕਿ 5 ਸਾਲ ਜਾਂ ਉਸ ਤੋਂ ਪਹਿਲਾਂ ਅਕਾਲੀ ਬੀਜੇਪੀ ਦਾ ਸਮਾਂ ਸੀ, ਉਸ ਸਮੇਂ ਤੋਂ ਨਸ਼ਾ ਚੱਲਦਾ ਆ ਰਿਹਾ ਹੈ। ਦੇਖੋ ਸ਼ੁਕਲਾ ਜੀ, ਨਸ਼ਾ ਦੁਨੀਆ ਦੀ ਪ੍ਰੋਬਲਮ ਹੈ, ਕੱਲੇ ਪੰਜਾਬ ਦੀ ਨਹੀਂ, ਕੱਲੇ ਭਾਰਤ ਦੀ ਨਹੀਂ। ਲੇਕਿਨ ਆਮ ਆਦਮੀ ਪਾਰਟੀ ਦੇ ਹਰਜੋਤ ਬੈਂਸ ਨੇ ਕਿਹਾ ਸੀ 24 ਘੰਟੇ 'ਚ ਖਤਮ ਕਰ ਦਿਆਂਗੇ। ਐਡਾ ਝੂਠ ਤਾਂ ਨਾ ਬੋਲਣਾ ਲੋਕਾਂ ਕੋਲ। ਠੀਕ ਹੈ ਪਾਸੀ, ਸਵਾਲ ਝੂਠ ਤੋਂ ਹੈ। ਚਲੋ ਥੋੜੇ ਵੇਟ ਕਰਿਓ। ਜੈਵੰਸ਼ੀ ਮੈਂ ਤੁਹਾਡੇ ਕੋਲ ਆ ਰਿਹਾ। ਪਾਸੀ ਜਵਾਬ ਕਿੰਗਰਾ ਜੀ ਜਵਾਬ ਲੈ ਲਓ, ਇੱਕ ਵਾਰੀ ਜਵਾਬ ਲੈ ਲਓ ਪਾਸੀ ਜੀ। ਕਰ ਦੇਣ ਕਰਦਾ ਨਹੀਂ ਹੈ, ਤੁਹਾਡੇ ਬੋਲਣ ਦਾ ਤੁਹਾਡੀ ਕਾਂਗਰਸ ਸਰਕਾਰ ਨੇ। ਔਰ ਦੂਸਰੀ ਚੀਜ਼
ਅਸੀਂ ਨਸ਼ਿਆਂ ਦੇ ਖਿਲਾਫ ਲਗਾਤਾਰ ਲੜਾਈ ਲੜ ਰਹੇ ਹਾਂ। ਕੱਲ ਵੀ 4 ਕਿਲੋ ਤੋਂ ਉੱਪਰ ਹੈਰੋਇਨ ਪਕੜੀ ਹੈ ਔਰ ਪੰਜਵੀਂ ਚੀਜ਼ 17,000 ਤੋਂ ਉੱਪਰ ਡਰੱਗ ਪੈਡਲਰਸ ਪਕੜੇ ਜਾ ਚੁੱਕੇ ਹੈ। ਛੇਵੀਂ ਚੀਜ਼ ਸੁਣ ਲਓ, ਤੁਸੀਂ ਪਰਸਨਲ ਕਮੈਂਟਿੰਗ, ਤੁਹਾਡੇ ਕੋਲੇ ਮੁੱਦਾ ਹੀ ਕੋਈ ਨਹੀਂ। ਕਦੇ ਕਹਿੰਦੇ ਆ ਭਗਵੰਤ ਮਾਨ ਜੀ ਨੇ ਦੂਜਾ ਵਿਆਹ ਕਰਾ ਲਿਆ, ਤੁਹਾਡੇ ਐਨਡੀ ਤਿਵਾੜੀ ਜੀ ਨੇ ਕੀ ਕੀਤਾ ਸੀ? ਮੈਂ ਤੁਹਾਨੂੰ ਉਹਨੇ ਆਪ ਕਿਹਾ ਸੀਗਾ, ਮੈਂ ਨਹੀਂ ਆਖਿਆਗਾ, ਉਹਨੇ ਆਪ ਲਿਖਿਆ ਸੀ, ਮੈਂ ਕੁਝ ਨਹੀਂ ਕਿਹਾਗਾ, ਮੈਂ ਉਹਨੂੰ ਕੋਟ ਕੀਤਾ। ਮੈਂ ਤਾਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਕੋਟ ਕੀਤਾ ਸਰ। ਇੱਕ ਕਰਕੇ ਪਲੀਜ਼, ਮੈਂ ਤਾਂ ਉਹਦੀ ਕਵਿਤਾ ਸੁਣਾਈ। ਇੱਕ ਕਰਕੇ ਸਰ, ਇੱਕ ਕਰਕੇ ਥੋੜਾ ਇੱਕ ਵਾਰੀ ਜਵਾਬ ਦੇ ਲੈਣ ਦਿਓ ਪਾਸੀ ਜੀ ਨੂੰ। ਕਿੰਗਰਾ ਜੀ ਜਵਾਬ ਦੇ ਲੈਣ ਦਿਓ। ਪਾਸੀ ਕੰਪਲੀਟ ਕਰੋ ਪਲੀਜ਼। ਬਿਲਕੁਲ, ਮੈਂ ਕੰਟਰੀਬਿਊਟ ਕਰ ਰਿਹਾ, ਜਾਣਬੁੱਝ ਕੇ ਇੰਟਰਪਸ਼ਨ ਕਰ ਰਿਹਾ। ਹੁਣ ਦੂਜੀ ਸੁਣ ਲਓ, ਇਹ ਕਹਿੰਦੇ ਆ ਕੇਜਰੀਵਾਲ ਜੀ ਕਿਉਂ ਆਏ? ਉਹ ਤੁਹਾਡੇ ਤਾਂ ਰਾਹੁਲ ਗਾਂਧੀ ਜੀ ਕਿਤੇ ਸੀਐਮ ਵੀ ਨਹੀਂ ਹੈ, ਉਹ ਕਿਉਂ ਆਏ? ਉਹ ਭਾਰਤ ਜੋੜੋ ਯਾਤਰਾ ਦੇ ਨਾਂ ਤੇ ਜਿਹੜੀ ਕਾਂਗਰਸ ਜੋੜੋ ਯਾਤਰਾ ਕਰਨ ਆਏ ਸੀ, ਫਿਰ ਉਹ ਕਿਉਂ ਆਏ? ਤੁਹਾਡੀ ਸੋਨੀਆ ਗਾਂਧੀ ਜੀ ਕਿਸ ਕਪੈਸਿਟੀ 'ਚ ਹੈ? ਮੈਂ ਹੋਰ ਚੀਜ਼ ਦੱਸਦਾ ਤੁਹਾਨੂੰ। ਅਸੀਂ ਗੱਪਾਂ ਨਹੀਂ ਮਾਰਦੇ ਵੱਡੀਆਂ ਵੱਡੀਆਂ। ਮੈਂ ਕਮਿਸ਼ਨਰ ਰਿਟਾਇਰ ਹੋਇਆ, ਮੈਂ ਨਹੀਂ ਕਦੇ ਆਖਿਆ ਮੈਂ ਕੰਪਲੀਟ ਕਰ ਲੈਣ ਦਿਓ ਕਿੰਗਰਾ ਜੀ ਥੋੜਾ ਇੱਕ ਵਾਰੀ। ਲੋਕਾਂ ਨੂੰ ਸਮਝ ਨਹੀਂ ਆਉਂਦੀ। ਇਨਫੈਕਟ ਤੁਸੀਂ ਦੋਵੇਂ ਸਾਈਡ ਦੇ ਜ਼ਰੀਏ ਜੁੜੇ ਹੋ, ਤੁਹਾਡੀ ਆਵਾਜ਼ ਕਲੀਅਰ ਨਹੀਂ ਪਹੁੰਚ ਪਾਏਗੀ। ਥੋੜਾ ਸਰ ਪਲੀਜ਼ ਥੋੜਾ ਵੇਟ ਕਰ ਲਓ, ਥੋੜਾ ਵੇਟ ਕਰ ਲਓ। ਪਾਸੀ ਸਾਹਿਬ ਕੰਪਲੀਟ ਕਰੋ ਸਰ, ਕੰਪਲੀਟ ਕਰੋ। ਤੁਹਾਡੇ ਕੋਲ ਵਾਰ-ਵਾਰ ਆਣਾ, ਪਰ ਤੁਸੀਂ ਛੋਟੇ ਜਵਾਬ ਰੱਖੋ। ਮੈਂ ਛੋਟਾ ਜਵਾਬ ਰੱਖਦਾ, ਇੰਟਰਪਸ਼ਨ ਇਹ ਕਰ ਰਹੇ ਆ ਜੀ। ਮੀਡੀਆ ਦੀ ਰਿਪੋਰਟ ਹੈ, ਕਾਂਗਰਸ ਨੇ ਪਿਛਲੇ 70 ਸਾਲਾਂ ਦੇ ਵਿੱਚ ਹਿੰਦੁਸਤਾਨ ਦਾ 49 ਖਰਬ ਰੁਪਏ ਦਾ ਨੁਕਸਾਨ ਕੀਤਾ। ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ, ਇਹ ਕਹਿ ਰਹੇ ਆ ਅੱਜ ਤਾਂ ਇਹਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੈ, ਉਹਨਾਂ ਦੀ 2018 ਦੀ ਖੁਦ ਦੀ ਸਟੇਟਮੈਂਟ ਹੈ ਕਿ ਇਹਨਾਂ ਦੇ ਚਰਨਜੀਤ ਸਿੰਘ ਸੰਨੀ ਮਾਈਨਿੰਗ ਦੇ ਸਰਦਾਰ ਹੈ। ਫਿਰ ਉੱਥੇ ਕੀ ਹੋਇਆ ਸੀ? ਇਹਨਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਵਾਈ ਸਰਵੇਖਣ ਕਰ ਰਹੇ ਸੀ। ਠੀਕ ਹੈ, ਚਲੋ ਪਾਸੀ ਇੱਕ ਛੋਟਾ ਜਿਹਾ ਜਵਾਬ ਦੇ ਦਿਓ। ਮੈਂ ਜੈਬਾਂਸ਼ ਜੀ ਦਾ ਰੁਕ ਕਰਨਾ। ਇਨਫੈਕਟ ਉਹਨਾਂ ਦਾ ਹੀ ਸਵਾਲ ਹੈ, ਉਹਨਾਂ ਨੂੰ ਇਸ ਗੱਲ ਤੇ ਵੀ ਇਤਰਾਜ਼ ਹੈ ਕਿ ਪੰਜਾਬ ਇੱਕ ਵੱਡਾ ਸਟੇਟ ਹੈ, ਬਾਰਡਰ ਸਟੇਟ ਹੈ, ਔਰ ਉਹਨਾਂ ਦੇ ਮੁੱਖ ਮੰਤਰੀ ਦੀ ਆ ਕੇ ਦਿੱਲੀ ਵਾਲੇ ਤਾਰੀਫ ਕਰ ਰਹੇ ਨੇ। ਕਹਿੰਦੇ ਕਿ ਜਾਂ ਤਾਂ ਤੁਸੀਂ ਕਨਵੀਨੀਅਰ ਦੀ ਤਰ੍ਹਾਂ ਰਿਐਕਟ ਕਰੋ ਜਾਂ ਦਿੱਲੀ ਦੇ ਸੀਐਮ ਦੀ ਤਰ੍ਹਾਂ ਰਿਐਕਟ ਕਰੋ। ਮੈਂ ਦੇਣਾ ਸ਼ੁਕਲਾ ਜੀ ਜਵਾਬ। ਮੈਂ ਪਾਸੀ ਤੋਂ ਰਿਐਕਸ਼ਨ ਜ਼ਰੂਰੀ ਹੈ। ਬਿਲਕੁਲ ਸ਼ੁਕਲਾ ਜੀ ਛੋਟਾ ਜਵਾਬ, ਸ਼ੁਕਲਾ ਜੀ ਛੋਟਾ ਜਵਾਬ। ਦਿੱਲੀ ਦਾ ਮੁੱਖ ਮੰਤਰੀ ਪ੍ਰੋਟੋਕਾਲ ਦੇ ਮੁਤਾਬਕ ਸਾਡੇ ਚੀਫ ਸੈਕਟਰੀ ਤੋਂ ਥੱਲੇ ਹੈ, ਜਦੋਂ ਮਰਜ਼ੀ ਚੈੱਕ ਕਰ ਲਓ ਬਿਲੂ ਬੁੱਕ। ਪਾਸੀ ਜੀ ਜੀ ਇਹਨਾਂ ਨੂੰ ਇੱਕ ਚੀਜ਼ ਦਾ ਜਵਾਬ ਦੇਣਾ ਚਾਹੀਦਾ ਹੈ। ਇਹਨਾਂ ਨੂੰ ਇਹ ਨਹੀਂ ਪਤਾ ਕਿ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮ ਲੀਡਰ ਹੈ, ਸਾਡੇ ਆਲ ਇੰਡੀਆ ਦੇ ਕਨਵੀਨਰ ਹੈ। ਪਹਿਲੀ ਚੀਜ਼, ਆਮ ਆਦਮੀ ਪਾਰਟੀ ਦੀ ਵਿੱਚ ਅਗਰ ਸਭ ਤੋਂ ਵੱਧ ਯੋਗਦਾਨ ਅਰਵਿੰਦ ਕੇਜਰੀਵਾਲ ਜੀ ਦਾ। ਦੂਸਰੀ ਚੀਜ਼, ਫਿਰ ਇਹ ਜਿਹੜੇ ਸੋਨੀਆ ਗਾਂਧੀ ਜੀ ਦੇ ਦਰਬਾਰ ਦੇ ਵਿੱਚ ਕਿਸ ਕਪੈਸਿਟੀ 'ਚ ਜਾਂਦੇ ਆ? ਕਦੇ ਜਾਖੜ ਜੀ ਕਹਿੰਦੇ ਆ ਮੈਨੂੰ ਮੁੱਖ ਮੰਤਰੀ ਬਣਾ ਦਿਓ, ਕਦੇ ਰੰਧਾਵਾ ਜੀ ਕਹਿੰਦੇ ਆ ਮੁੱਖ ਮੰਤਰੀ ਬਣਾ ਦਿਓ। ਉਹ ਤਾਂ ਨਾ ਮੁੱਖ ਮੰਤਰੀ ਹੈ, ਨਾ ਉਹ ਕਿਸੇ ਪ੍ਰਾਈਮ ਮਿਨਿਸਟਰ ਰਹੇ ਜਾਂ ਕਿਤੇ ਮਿਨਿਸਟਰਸ਼ਿਪ 'ਚ ਰਹੇ। ਫਿਰ ਇਹ ਰਾਹੁਲ ਗਾਂਧੀ ਜੀ ਜਿਹੜੇ ਕਿ ਆਪਣੀ ਅਮੇਠੀ ਦੀ ਸੀਟ ਵੀ ਹਾਰੇ ਹੋਏ ਆ, ਉਹਨਾਂ ਨੂੰ ਆਪਣਾ ਸੁਪਰੀਮ ਲੀਡਰ ਕਿੱਦਾਂ ਦੱਸਦੇ ਆ? ਇਹ ਗੱਲਾਂ ਕਰਨਗੇ। ਛੱਜ ਤਾਂ ਬੋਲੇ, ਛਲਣੀ ਵੀ ਬੋਲੇ। ਕਮਾਲ ਹੈ ਕਾਂਗਰਸ ਦੀ। ਕਮਾਲ ਹਮੇਸ਼ਾ ਹੀ ਪੰਜਾਬ ਦੇ ਵਿੱਚ ਅਗਰ ਪੰਜਾਬ ਨੂੰ ਨਸੂਰ ਬਣਾਇਆ, ਪੰਜਾਬ ਦੀ। ਚਲੋ ਹੁਣ ਵੇਟ ਕਰੋ। ਜੈਬੰਸ਼ ਜੀ ਦਾ ਰਿਐਕਸ਼ਨ ਇੱਥੇ ਜ਼ਰੂਰੀ ਹੈ। ਕਿੰਗਰਾ ਸਾਹਿਬ ਤੁਸੀਂ ਰਿਐਕਟ ਕਰੋਗੇ ਮੈਨੂੰ ਪਤਾ ਹੈ, ਪਰ ਜੈਬੰਸ਼ ਜੀ ਦੇਖੋ ਬਹੁਤ ਪੋਲੀਟੀਕਲ ਪਾਰਟੀਆਂ ਦੇ ਲੀਡਰ ਜਾਂਦੇ ਨੇ ਔਰ ਗੱਲਬਾਤ ਕਰਦੇ ਨੇ। ਹੁਣ ਹੋ ਸਕਦਾ ਕਿ ਉਹ ਸੀਐਮ ਜਾਂ ਪ੍ਰਧਾਨ ਮੰਤਰੀ ਉਸ ਸਮੇਂ ਨਾ ਹੋਣ, ਉਸ ਕਾਂਗਰਸ ਦਾ ਜਿਵੇਂ ਜ਼ਿਕਰ ਕਰ ਰਹੇ ਨੇ। ਦੇਖੋ ਗੌਰਵ ਜੀ, ਅੱਜ ਦੀ ਜਿਹੜੀ ਡਿਬੇਟ ਹੈ ਨਾ, ਅੱਗੇ ਵੈਸੇ ਐਸੀਆਂ ਹੀ ਡਿਬੇਟਾਂ ਹੋਣਗੀਆਂ। ਥੋੜਾ ਜਿਹਾ ਇਹਨਾਂ ਨੂੰ ਮੋਡਰੇਟ ਕਰ ਲਿਆ ਕਰੋ, ਇਨ ਦ ਸੈਂਸ ਕਿ ਜਦੋਂ ਅਸੀਂ ਬਹੁਤ ਵਾਰ ਕਿਹਾ ਹੈ ਕਿ ਜਦੋਂ ਗਵਰਨਮੈਂਟ ਗੱਲ ਕਰਦੀ ਹੈ, ਆਮ ਆਦਮੀ ਪਾਰਟੀ ਗੱਲ ਕਰਦੀ ਹੈ, ਤੇ ਇਹਨਾਂ ਨੂੰ ਜਾਂ ਤੇ ਜਵਾਬ ਦੇਣਾ ਚਾਹੀਦਾ ਹੈ ਜਾਂ ਹੰਬਲੀ ਐਕਸੈਪਟ ਕਰ ਲੈਣਾ ਚਾਹੀਦਾ ਹੈ ਕਿ ਠੀਕ ਨਹੀਂ ਹੈ। ਇਹ ਪਿੱਛੇ ਜਾਣਾ, ਹਿਸਟਰੀ ਦੇ ਵਿੱਚ ਜਾਣਾ, ਇਹ ਗਵਰਨਮੈਂਟ ਦਾ ਕੰਮ ਨਹੀਂ ਹੁੰਦਾ। ਹੁਣ ਜਿਹੜਾ ਮੈਂ ਟੈਕਨੀਕਲ ਪੁਆਇੰਟ ਦੱਸਿਆ ਸੀਗਾ, ਅਗਰ ਕੇਜਰੀਵਾਲ ਜੀ ਨੇ ਕਨਵੀਨਰ ਬਣਨਾ ਹੈ, ਅਗਰ ਇੱਥੇ ਆ ਕੇ ਥਾਪੀਆਂ ਦੇਣੀਆਂ ਨੇ, ਤੇ ਉਹ ਸੀਐਮ ਦੀ ਪਦਵੀ ਛੱਡ ਦੇਣ। ਜਿੱਦਾਂ ਕਿ ਢਿੰਗਰਾ ਸਾਹਿਬ ਨੇ ਕਿਹਾ, ਪ੍ਰੋਟੋਕਾਲ ਦੇ ਵਿੱਚ ਉਹ ਮਾਨ ਸਾਹਿਬ ਕੋਲੋਂ ਬਹੁਤ ਥੱਲੇ ਨੇ, ਤੇ ਸੀਐਮ ਵੀ ਬਣ ਕੇ ਰਹਿਣਾ ਹੈ, 45,000 ਕਰੋੜ 45 ਕਰੋੜ ਦੇ ਘਰ 'ਚ ਵੀ ਰਹਿਣਾ ਹੈ, ਤੇ ਕਨਵੀਨਰ ਵੀ ਰਹਿਣਾ ਹੈ। ਇਹ ਗੱਲ ਠੀਕ ਨਹੀਂ ਹੈ। ਇਹ ਜੋ ਮੰਨਣ ਕੇ ਨਾ ਮੰਨਣ, ਮੈਂ ਤੇ ਇਹਨੂੰ ਪੰਜਾਬ ਦੀ ਬਹੁਤ ਵੱਡੀ ਬੇਇੱਜ਼ਤੀ ਮੰਨਣਾ। ਦੂਸਰਾ, ਇਹਨਾਂ ਨੇ ਕਿਹਾ ਸੀਗਾ ਕਿ ਸਾਰਾ ਇਹਨਾਂ ਨੇ ਉਹ ਵੀਟ ਚੱਕ ਲਿਆ। ਮੀਡੀਆ ਰਿਪੋਰਟਸ ਦੇਖ ਲਓ ਗੌਰਵ ਜੀ, ਤੁਸੀਂ ਵੀ ਮੀਡੀਆ ਦੇ ਵਿੱਚ ਹੈਗੇ ਹੋ, ਬਹੁਤ ਜ਼ਿਆਦਾ ਮੀਡੀਆ ਰਿਪੋਰਟਸ ਆ ਰਹੀਆਂ ਨੇ। ਇੱਕ ਮੰਡੀ ਤੋਂ ਰਿਪੋਰਟ ਆ ਰਹੀ ਹੈ। ਇੱਕ ਮੰਡੀ ਦੀ ਤੇ ਪਿੱਛੇ ਜੇ ਪੜ੍ਹੀ ਸੀਗੀ ਕਿ 1 ਲੱਖ ਉੱਥੇ ਬੈਗਸ ਪਏ ਨੇ, 10-15 ਹਜ਼ਾਰ ਹੀ ਚੱਕੇ ਗਏ ਨੇ। ਟਰੱਕਸ ਜਿਹੜੇ ਨੇ ਉਹ ਬਾਹਰ ਨਹੀਂ ਜਾ ਰਹੇ। ਟਰੱਕ ਯੂਨੀਅਨਸ ਜਿਹੜੇ ਹੈਗੇ ਨੇ ਉਹ ਖੜੇ ਹੋ ਗਏ ਨੇ, ਐਜੀਟੇਸ਼ਨ ਕਰ ਰਹੇ ਨੇ। ਤੇ ਜਿਹੜਾ ਇਹਨਾਂ ਨੇ ਹੁਣ ਕਿਹਾ ਸੀਗਾ, ਆਪਣੇ ਕਲੇਰ ਸਾਹਿਬ ਨੇ ਕਿਹਾ ਕਿ ਸਾਰੇ ਕਰਦੇ ਸੀਗੇ ਡਰੱਗਸ ਦਾ ਟ੍ਰੇਡ ਕਰਦੇ ਸੀਗੇ ਦੂਸਰੇ ਲੀਡਰ, ਤੇ 1 ਸਾਲ 3 ਮਹੀਨਿਆਂ ਨੇ ਓਪੋਜੀਸ਼ਨ ਦੇ ਇਹਨਾਂ ਨੇ ਕਿੰਨੇ ਲੀਡਰਸ ਨੂੰ ਚੱਕ ਕੇ ਚਾਰਜ ਸ਼ੀਟ ਕੀਤਾ ਡਰੱਗ ਟ੍ਰੇਡ ਦੇ ਵਾਸਤੇ। ਇੱਕ ਨੂੰ ਵੀ ਕੀਤਾ, ਕਿਸੇ ਨੂੰ ਅੰਦਰ ਪਾਇਆ। ਇਹ ਜਿਹੜੇ ਪੈਡਲਰਸ ਫੜ ਰਹੇ ਨੇ ਨਾ, ਉਹ ਸਮਾਲ ਟਾਈਮ ਨੇ, ਤੇ 4 ਕਿਲੋ ਹੈਰੋਇਨ ਦਾ ਕੋਈ ਮਤਲਬ ਹੀ ਨਹੀਂ ਹੁੰਦਾ। ਇਟ ਇਜ਼ ਉਹ ਤੇ ਵਿਫ ਦੇ ਵਿੱਚ ਚਲੇ ਜਾਂਦੀ ਹੈ। ਇਹਨਾਂ ਨੂੰ ਕੋ ਇਹ ਮੰਨ ਲੈਣ
ਹਿਊਮਿਲਿਟੀ ਦੇ ਨਾਲ ਮੰਨ ਲੈਣ ਕਿ ਇਹਨਾਂ ਦੇ ਕੋਲੋਂ ਪਿਛਲੇ 1 ਸਾਲ ਤੇ 3 ਮਹੀਨਿਆਂ ਦੇ ਵਿੱਚ ਕੁਝ ਨਹੀਂ ਹੋਇਆ ਤੇ ਇੱਥੇ ਆ ਕੇ ਤੇ ਵੱਡੀਆਂ ਵੱਡੀਆਂ ਗੱਲਾਂ ਨਾ ਕਰਨ। ਇਹਦੂ ਚੰਗਾ ਹੈ ਕਿ ਇਹ ਇਲੈਕਸ਼ਨ ਦੇ ਬਾਰੇ ਸੋਚਣ ਦੇ ਇਲਾਵਾ ਇਹ ਆਪਣੇ ਹਾਊਸ ਨੂੰ ਠੀਕ ਕਰਨ। ਉਹ ਜਿਹੜਾ ਹੁਣ ਏਡਾ ਵੱਡਾ ਕਾਂਡ ਹੋ ਗਿਆ ਦੈਟ ਕੇਸ ਹੋ ਗਿਆ ਲਾਲ ਚੰਦ ਦਾ, ਉਹਦੇ ਵੱਲ ਕੁਝ ਦੇਖਣ ਤੇ ਆਪਣੇ ਆਪ ਨੂੰ ਠੀਕ ਕਰ ਲੈਣ, ਕਿਉਂਕਿ ਇਹਨਾਂ ਨੇ ਪੰਜਾਬ ਨੂੰ ਹਜੇ ਤੱਕ 4 ਸਾਲ ਵਾਸਤੇ ਹੋਰ ਇਹਨਾਂ ਨੇ ਇੱਥੇ ਗਵਰਨਮੈਂਟ ਚਲਾਣੀ ਹੈ। ਮੈਨੂੰ ਤੇ ਨਹੀਂ ਲੱਗ ਰਿਹਾ ਕਿ ਇਹ ਗਵਰਨਮੈਂਟ ਚੱਲ ਸਕੇਗੀ, ਸਾਡਾ ਸਤਿਆਨਾਸ਼ ਹੋ ਜਾਏਗਾ। ਹਿਊਮਿਲਿਟੀ ਚਾਹੁੰਦੇ ਅਸੀਂ, ਜਿਹੜੀ ਹਿਊਮਿਲਿਟੀ ਦੀ ਗੱਲ ਕਰ ਰਹੇ ਨੇ ਨਾ ਕੇਜਰੀਵਾਲ ਸਾਹਿਬ, ਉਹ ਹਿਊਮਿਲਿਟੀ ਚਾਹੁੰਦੇ ਅਸੀਂ। ਕਰਿਓ ਸਰ। ਕਲੀਅਰ ਜੀ, ਇੱਕ ਪੁਆਇੰਟ ਇਹ ਵੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਉਸ ਨੂੰ ਨਾ ਦੇਖੋ, ਜਾਂ ਜੈਬਾਂਸ ਜੀ ਨੇ ਜ਼ਿਕਰ ਕੀਤਾ, ਪਰ ਗੱਲ ਇਹ ਕਿ ਹਮੇਸ਼ਾ ਤੋਂ ਹੁੰਦਾ ਹੈ ਕਾਂਗਰਸ ਸੀ ਤਾਂ ਉਹ ਵੀ ਅਕਾਲੀ ਭਾਜਪਾ ਦੀ ਸਰਕਾਰ ਦੇ ਸਮੇਂ ਦੀ ਗੱਲ ਕਰਦੀ ਸੀ। ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਉਹ 2002 ਤੋਂ 2007 ਵਾਲੇ ਸਮੇਂ ਦੀ ਗੱਲ ਕਰਦੀ ਸੀ। ਸੇਮ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ ਉਹ ਪਿਛਲੇ 5 ਸਾਲ ਦੀ, ਉਸ ਤੋਂ ਪਿਛਲੇ 10 ਸਾਲ ਦਾ ਜ਼ਿਕਰ ਕਰ ਰਹੀ ਹੈ। ਨਹੀਂ ਗੌਰਵ ਜੀ, ਤੁਸੀਂ ਮੈਨੂੰ ਮਿਸਕੋਟ ਕਰ ਗਏ। ਸ਼ਾਇਦ ਸ਼੍ਰੋਮਣੀ ਅਕਾਲੀ ਦਲ ਕੱਲੀ ਪੰਜਾਬ ਦੀ ਉਹ ਪਾਰਟੀ ਹੈ ਜਿਹੜੀ ਕਹਿੰਦੀ ਹੈ ਕਿ ਪਿਛਲਾ ਕੰਮ ਦੇਖੋ। ਤੁਸੀਂ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਕੰਮ ਦੇਖੋ। ਅਗਰ ਪੰਜਾਬ ਦੇ ਵਿੱਚ ਕੁਝ ਹੋਇਆ ਹੈ, ਮੈਂ ਤਾਂ ਚੈਲੰਜ ਕਰਦਾ। ਨਹੀਂ, ਉਹ ਡਰੱਗਸ ਨੂੰ ਲੈ ਕੇ, ਉਹ ਜਿਵੇਂ ਡਰੱਗਸ ਨੂੰ ਲੈ ਕੇ ਸਵਾਲ ਚੁੱਕਦੇ ਨਹੀਂ, ਦੇਖੋ ਸਵਾਲ ਤੁਹਾਡੀ ਸਰਕਾਰ ਦੇ ਉੱਤੇ ਜਾਂ ਕਾਂਗਰਸ ਦੀ ਸਰਕਾਰ ਦੇ ਉੱਤੇ। ਗੌਰਵ ਜੀ ਦੇਖੋ, ਇੱਕ ਹੁੰਦੀ ਹੈ ਰਾਜਨੀਤੀ ਕਰਨੀ। ਮੈਂ ਫੇਰ ਪਾਸੀ ਸਾਹਿਬ ਨੂੰ ਇਹ ਗੱਲ ਕਹਿਣਾ ਕਿ ਡਿਵੈਲਪਮੈਂਟ, ਪਾਵਰ ਸਰਪਲਸ, ਹਸਪਤਾਲ, ਬਹੁਤ ਕੁਝ ਹੈ। ਉਹ ਤਾਂ ਤੁਸੀਂ ਕੰਪੈਰੀਜ਼ਨ ਕਰੋ। ਡਰੱਗਸ ਦੀ ਆਪਾਂ ਗੱਲ ਕਰ ਲਈਏ, ਡਰੱਗਸ ਦੇ ਉੱਤੇ ਭਗਵੰਤ ਮਾਨ ਸਾਹਿਬ ਹੋਣ ਚਾਹੇ ਨਵਜੋਤ ਸਿੱਧੂ ਨੇ ਵੀ ਬਹੁਤ ਗੱਲ ਕੀਤੀ ਕਿ ਜੀ ਹਾਈ ਕੋਰਟ 'ਚ 3 ਰਿਪੋਰਟਾਂ ਪਈਆਂ ਨੇ ਜੀ, ਬਹੁਤ ਵੱਡੇ ਬੰਦਿਆਂ ਦੇ ਨਾਂ ਜੀ ਫੜ ਕੇ ਅੰਦਰ ਦੇ ਦੇਾਂਗੇ ਜੀ। ਕੁਝ ਹੋਇਆ? ਰਿਪੋਰਟਾਂ ਖੁੱਲ ਗਈਆਂ, ਨਾ ਆਇਆ ਨਹੀਂ ਆਇਆ। ਦੂਜੀ ਗੱਲ, ਭਗਵੰਤ ਮਾਨ ਉਹ ਮੁੱਖ ਮੰਤਰੀ ਹੈ ਜਿਹੜੇ ਕਿ ਚੋਣਾਂ ਤੋਂ ਪਹਿਲਾਂ ਕਦੇ ਗੱਡੇ ਤੇ ਕਦੇ ਸਟੇਜ ਤੇ ਚੜ੍ਹ ਕੇ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਕਿੱਥੇ ਬਣਦਾ ਮੈਨੂੰ ਪਤਾ ਹੈ। ਇਹ ਬਿਆਨ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਦਿੱਤਾ ਸੀ 2 ਮਹੀਨੇ ਬਾਅਦ ਸੰਗਰੂਰ 'ਚ ਕਿ ਜੀ ਮੈਂ ਪਤਾ ਲਾ ਲਿਆ ਪੰਜਾਬ 'ਚ ਕੋਈ ਨਸ਼ਾ ਬਾਹਰੋਂ ਨਹੀਂ ਆਉਂਦਾ। ਐ ਤਾਂ ਗੁਜਰਾਤ ਵੀ ਬਾਰਡਰ ਸਟੇਟ ਹੈ, ਰਾਜਸਥਾਨ ਵੀ ਬਾਰਡਰ ਸਟੇਟ ਹੈ, ਉੱਥੇ ਕਿਉਂ ਨਹੀਂ ਨਸ਼ਾ, ਪੰਜਾਬ 'ਚ ਹੀ ਕਿਉਂ? ਇਹ ਪੰਜਾਬ ਦੇ ਅੰਦਰ ਹੀ ਬਣਾਉਂਦੇ ਨੇ। ਹੁਣ ਮੈਨੂੰ ਪਤਾ ਲੱਗ ਗਿਆ ਕਿੱਥੇ ਬਣਾਉਂਦੇ ਨੇ। ਪਰ ਅੱਜ ਤਾਂ ਸਵਾਲ ਇਹ ਖੜਾ ਹੁੰਦਾ ਕਿ ਕੀ ਮੁੱਖ ਮੰਤਰੀ ਨੇ ਉਹਨਾਂ ਨਾਲ ਹੱਥ ਮਿਲਾ ਲਿਆ? ਕਿਉਂਕਿ ਨਸ਼ਾ ਤਾਂ ਅੱਜ ਵੀ ਪੰਜਾਬ 'ਚ ਧੜਾ-ਧੜ ਵਿਕ ਰਿਹਾ ਹੈ, ਪਿੰਡਾਂ 'ਚ। ਤੁਹਾਨੂੰ ਲੱਗਦਾ ਕਿ ਇਹ ਜਲੰਧਰ ਇਲੈਕਸ਼ਨ 'ਚ ਵੱਡਾ ਮੁੱਦਾ ਹੋਏਗਾ? ਸੋ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ, ਇਹਨਾਂ ਨੂੰ ਸਟੇਟ ਤੇ ਸਟੇਜ ਦੇ ਵਿੱਚ ਫਰਕ ਹੀ ਸਮਝ ਨਹੀਂ ਆ ਰਿਹਾ। ਡਿਸਪੁਆਇੰਟ ਹੋ ਚੁੱਕੇ ਨੇ। ਔਰ ਉਹ ਪਾਰਟੀ ਹੈ ਜਿਹੜੀ ਲੋਕਾਂ ਨੂੰ ਕਹਿੰਦੀ ਸੀ ਸਵਾਲ ਕਰਿਆ ਕਰੋ, ਤੇ ਅੱਜ ਜਦੋਂ ਆਪਣੇ ਆਪ ਨੂੰ ਸਵਾਲ ਹੁੰਦੇ ਆ ਇਹਨਾਂ ਨੂੰ ਚਲੋ ਆਪਣੇ ਕੋਲ ਸਮਾਂ ਬਹੁਤ ਜਵਾਬ ਦੇਣੇ ਪੈਣਗੇ। ਜਵਾਬ ਹੋਏਗਾ। ਪਾਸੀ ਸਾਹਿਬ, ਮੈਂ ਕਿੰਗਰਾ ਜੀ ਤੁਹਾਡੇ ਕੋਲ ਆ ਰਿਹਾ। ਪਾਸੀ ਜੀ, ਬਹੁਤ ਛੋਟੀ ਸਟੇਟਮੈਂਟ ਸਰ। ਬਿਲਕੁਲ ਛੋਟੀ ਦਊਂਗਾ। ਪਹਿਲਾਂ ਤਾਂ ਦੇਖੋ, ਬੀਜੇਪੀ ਦੇ ਮੇਰੇ ਬੁਲਾਰੇ ਤੋਂ ਬੜਾ ਹੈਰਾਨ ਹੋਇਆ। ਉਹ ਕਹਿ ਰਹੇ ਕਿ 4 ਕਿਲੋ ਹੀਰੋਇਨ ਦਾ ਕੋਈ ਮਤਲਬ ਨਹੀਂ ਹੁੰਦਾ। ਬਿਲਕੁਲ ਇਹਨਾਂ ਦੀ ਨਜ਼ਰਾਂ 'ਚ ਨਹੀਂ ਹੁੰਦਾ, ਕਿਉਂਕਿ ਇਹਨਾਂ ਦੇ ਅਡਾਨੀ ਪੋਰਟ ਤੋਂ ਤਾਂ 300 ਕਿਲੋ ਹੀਰੋਇਨ ਪਕੜੀ ਗਈ ਔਰ ਕੋਈ ਕਾਰਵਾਈ ਨਹੀਂ ਹੋਈ। ਇਹਨਾਂ ਨੂੰ 4 ਕਿਲੋ ਦਾ ਕੀ ਪਤਾ। ਔਰ ਦੂਸਰੀ ਚੀਜ਼, ਇਹ ਜਿਹੜੇ ਬੋਲ ਰਹੇ ਆ ਹਿੰਡਨਬਰਗ ਦੀ ਰਿਪੋਰਟ ਨੇ ਕਿਆ ਕੁਝ ਦੱਸਿਆ, ਪਰ ਮੈਂ ਚਲੋ ਉੱਥੇ ਨਹੀਂ ਜਾਣਾ ਚਾਹੁੰਦਾ, ਜਲੰਧਰ ਤੇ ਆਪਾਂ ਰਹਿਣਾ ਚਾਹੁੰਦੇ ਆ। ਤੀਜੀ ਚੀਜ਼, ਦੇਖੋ ਗੌਰਵ ਜੀ, ਉਹੀ ਗੱਲ ਹੈ, ਵੇਸਟਿੰਗ ਟਾਈਮ। ਹੀ ਇਜ਼ ਵੇਸਟਿੰਗ ਟਾਈਮ। ਕਦੀ ਹਿੰਡਨ 'ਚ ਚਲੇ ਜਾ ਰਹੇ ਨੇ, ਕਦੀ ਗੁਜਰਾਤ ਚਲੇ ਜਾ ਰਹੇ ਨੇ, ਇੱਥੇ ਕਿਉਂ ਨਹੀਂ ਰਹਿੰਦੇ ਜਲੰਧਰ ਦੇ ਉੱਤੇ? ਪੜੀ ਗਈ ਹੈ ਤੁਹਾਡੇ ਚਹੇਤੇ ਅਡਾਨੀ ਦੇ ਪੋਰਟ ਤੋਂ। ਔਰ ਹੀ ਇਜ਼ ਵੇਸਟਿੰਗ ਟਾਈਮ ਗੌਰਵ ਜੀ। 10 ਗ੍ਰਾਮ ਇੱਕ ਵਾਰੀ ਕੰਪਲੀਟ ਕਰਨ ਦਿਓ ਉਹਨਾਂ ਨੂੰ। ਪਾਸੀ ਜੀ ਕੰਪਲੀਟ ਕਰੋ ਪਲੀਜ਼। ਕਰਿਆ ਪੋਰਟ ਤੇ ਨਹੀਂ ਗਿਆ। ਇਹ ਤੁਸੀਂ ਯਾਦ ਕਰੋ, ਵੇਸਟਿੰਗ ਟਾਈਮ। ਜਿਸ ਤੋਂ ਵਿਚਾਰੀ ਤੋਂ ਇੱਕ ਬਾਲੀਵੁੱਡ ਦੀ ਹੀਰੋਇਨ ਸੀ, ਇੱਕ ਛੋਟੀ ਜਿਹੀ ਕੁੜੀ ਪਕੜੀ ਗਈ ਸੀ। 4 ਦਿਨ ਪੂਰਾ ਗੋਦੀ ਮੀਡੀਆ ਉੱਥੇ ਭੇਜ ਰੱਖਿਆ, ਅਡਾਨੀ ਪੋਰਟ ਤੇ ਨਹੀਂ ਭੇਜਿਆ। ਤੁਸੀਂ ਤਾਂ, ਤੁਹਾਡੇ ਲਈ ਤਾਂ 4 ਕਿਲੋ ਕੁਝ ਵੀ ਨਹੀਂ ਹੈ, ਬਿਲਕੁਲ ਬੀਜੇਪੀ ਲਈ। ਕਿਉਂਕਿ ਬੀਜੇਪੀ ਦਾ ਅੱਜ ਵੀ ਤੁਸੀਂ ਦੇਖ ਲਓ ਕਿ ਆਰਡੀਐਫ। ਠੀਕ ਹੈ ਪਾਸੀ, ਬਹੁਤ ਛੋਟੀ ਸਟੇਟਮੈਂਟ ਮੈਂ ਚਾਹੁੰਦਾ ਹਾਂ। ਦੇਖੋ, ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਤੁਸੀਂ 2022 ਦੇ ਇਲੈਕਸ਼ਨ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦਾ ਜ਼ਿਕਰ ਕੀਤਾ ਸੀ। ਉਹ ਵੀ ਲੋਕ ਸਵਾਲ ਪੁੱਛਣਗੇ। ਬਿਲਕੁਲ, ਦੇਖੋ ਅਸੀਂ ਤਕਰੀਬਨ 1600 ਤੋਂ ਉੱਪਰ ਜਿਹੜੇ ਹੈ FIRs ਹੋਈਆਂ। 17,000 ਦੇ ਕਰੀਬ ਜਿਹੜੇ ਡਰੱਗ ਪੈਡਲਰਸ ਪਕੜੇ ਜਾ ਚੁੱਕੇ ਹਨ। ਨਸ਼ਾ ਦੇ ਖਿਲਾਫ ਸਰਕਾਰ ਲੜ ਰਹੀ ਹੈ।